ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਕਿਸੇ ਸਮੇਂ ਪੰਜਾਬ ਤੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹਦੀ ਪੂਰੀ ਚੜ੍ਹਤ ਸੀ, ਜਿਹਦੀ ਪੂਰੀ ਤੂਤੀ ਬੋਲਦੀ ਸੀ, ਸਿੱਖ ਜਿਹੜੇ ਸਟੂਡੈਂਟ ਸੀ ਜਿਹਨਾਂ ਜੁੜੇ ਹੋਏ ਸੀ, ਤਾਂ ਜਿਹਦੇ ਇੱਕ ਜਿਹੜੀ ਉਹਨਾਂ ਨੂੰ ਧਰਮ ਦੇ ਵੱਲ ਖਿੱਚ ਕੇ ਲੈ ਕੇ ਆਉਂਦੀ ਸੀ, ਜਾਂ ਪੰਜਾਬ ਦੇ ਹੱਕਾਂ ਦੀ ਜਿਹੜੀ ਪਹਿਲੀ ਵਿਦਿਆਰਥੀ ਜਥੇਬੰਦੀ ਲਾ ਲਈਏ ਕਿ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲਬਾਤ ਕਰਦੀ ਸੀ। ਅੱਜ ਜਦੋਂ ਦੇਖਦੇ ਹਾਂ ਕਿ ਪੰਜਾਬ ਦੇ ਕਾਲਜਾਂ ਦੇ ਵਿੱਚੋਂ, ਸਕੂਲਾਂ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਜਥੇਬੰਦੀ ਅਲੋਪ ਹੋ ਚੁੱਕੀ ਹੈ, ਕੀ ਕਾਰਨ ਹੈ? ਸੰਤਾਂ ਦੀ ਸਰਪ੍ਰਸਤੀ ਹੇਠ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇੱਕ ਭਾਰਤੀ ਸਟੇਟ ਨਾਲ ਇੱਕ ਬੜਾ ਵੱਡਾ ਸੰਘਰਸ਼ ਲੜਿਆ। ਸਿੱਖ ਮੁੱਦਿਆਂ ਨੂੰ ਲੈ ਕੇ, ਸਿੱਖ ਹੱਕਾਂ ਦੇ ਅਧਿਕਾਰਾਂ ਨੂੰ ਲੈ ਕੇ, ਆਪਣੀ ਧਰਮ ਦੀ ਆਜ਼ਾਦੀ ਨੂੰ ਲੈ ਕੇ। ਜੇ ਮੁਸਲਮਾਨਾਂ ਨੂੰ 47 ਦੇ ਵਿੱਚ ਪਾਕਿਸਤਾਨ ਮਿਲਿਆ, ਹਿੰਦੂਆਂ ਨੂੰ ਇਹ ਭਾਰਤ ਦੇਸ਼ ਮਿਲਿਆ, ਤਾਂ ਸਾਨੂੰ ਵੀ ਸਾਡੀ ਸਟੇਟ ਮਿਲਦੀ ਸੀ, ਕਿਉਂਕਿ ਦੇਸ਼ ਪੰਜਾਬ ਜਿਹੜਾ ਸੀ ਉਹ ਪੰਜਾਬੀਆਂ ਦੇ ਦੇਸ਼ ਪੰਜਾਬ ਦੇ ਟੁਕੜੇ ਹੋਏ ਸੀ। ਪਟੇਲ ਬਾਅਦ ਚ ਆਉਂਦਾ ਜਾਂ ਨਹਿਰੂ ਗਾਂਧੀ ਦੇ ਨਾਲ ਹੀ ਉਦੋਂ ਜ਼ਿਆਦਾ ਵਾਰਤਾਲਾਪ ਆਪਣੀ ਚੱਲਦੀ ਸੀ। ਇਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਤੁਸੀਂ ਭਾਰਤ ਦੇ ਨਾਲ ਰਹੋ, ਤੁਹਾਨੂੰ ਉੱਤਰੀ ਖਿੱਤੇ ਦੇ ਵਿੱਚ ਪੂਰਨ ਆਜ਼ਾਦੀ ਹੋਊਗੀ, ਖੁਦ ਮੁਖਤਿਆਰੀ ਹੋਊਗੀ, ਤੇ ਤੁਸੀਂ ਆਪਣੇ ਭਵਿੱਖ ਦੇ ਫੈਸਲੇ ਖੁਦ ਘੜੋਗੇ। ਇਹੋ ਜਿਹਾ ਤੁਹਾਨੂੰ ਅਸੀਂ ਰਾਜ ਭਾਗ ਦੇਵਾਂਗੇ। ਜੋ ਅੱਜ ਮੁੱਦੇ ਲੈ ਕੇ ਅਸੀਂ ਬੈਠੇ, ਅੱਜ ਸਾਡੇ ਕਿਸਾਨ ਦਿੱਲੀ ਬਾਰਡਰ ਦੇ ਉੱਤੇ ਬੈਠੇ ਨੇ, ਮੇਰਾ ਖਿਆਲ 9 ਮਹੀਨੇ ਹੋ ਗਏ, 9 ਮਹੀਨਿਆਂ ਦੇ ਕਰੀਬ, ਲੇਕਿਨ ਇਹ ਸਰਕਾਰ ਅੱਜ ਉਹਦੇ ਕੰਨ ਤੇ ਜੂੰ ਨਹੀਂ ਸਰਕਰੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇਹੀ ਮੰਗਾਂ ਸੀ, ਜਿਹੜੇ ਆਪਣੇ ਲੋਕ ਸੀ ਉਸ ਸਮੇਂ ਦੇ, ਉਹ ਸਾਥ ਦਿੱਤਾ ਹੁੰਦਾ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਜਿੰਨਾ ਇਹ ਸਾਡੇ ਪੰਥ ਦੇ ਨਿਸ਼ਾਨ ਨੂੰ, ਸਾਡੇ ਧਰਮ ਨੂੰ, ਧਰਮ ਦੇ ਪੱਖ ਨੂੰ ਪਿੱਛੇ ਕਰਨਗੇ, ਨਕਾਰਨਗੇ, ਉਨਾ ਹੀ ਇਹ ਮਾਰ ਖਾਣਗੇ। ਮੰਗਾਂ ਨੇ ਜਿਹੜੀਆਂ ਪੰਜਾਬ ਦੀਆਂ ਬਰਕਰਾਰ ਨੇ, ਜੋ ਧਰਮ ਯੁੱਧ ਮੋਰਚੇ ਦੇ ਵਿੱਚ ਸੀ ਉਸ ਵਕਤ ਮੰਗਾਂ ਕਿਉਂ ਨਹੀਂ ਪ੍ਰਾਪਤ ਹੋਈਆਂ, ਉਹਨਾਂ ਵਿੱਚ ਪ੍ਰਾਪਤੀਆਂ ਕਿਉਂ ਨਹੀਂ ਹੋਈਆਂ? ਉਹ ਕੀ ਕਾਰਨ ਮੰਨਦੇ ਹੋ? ਕੋਈ ਗਦਾਰੀਆਂ ਮੰਨਦੇ ਹੋ, ਜਾਂ ਜਿਹੜੇ ਕੇਂਦਰ ਦੀਆਂ ਕੁਝ ਅਜਿਹੀਆਂ ਚਾਲਾਂ ਸੀ ਉਹਨਾਂ ਕਰਕੇ? ਜੇ ਸਾਡਾ ਆਗੂ ਚੰਗਾ ਤਾਂ ਸਾਡਾ ਭਵਿੱਖ ਸੁਰੱਖਿਅਤ ਵੀ ਆ ਤੇ ਚੰਗਾ ਵੀ ਆ। ਜੇ ਸਾਡਾ ਆਗੂ ਮਾੜਾ ਤਾਂ ਅਸੀਂ ਅੱਜ ਵੀ ਮਰੇ ਆ, ਕੱਲ ਵੀ ਮਰੇ ਆ। ਉਹ ਹਾਲ ਸਿੱਖਾਂ ਨਾਲ ਹੋ ਰਿਹਾ। ਜੇ ਸਾਡੀ ਚਾਰ ਦੀਵਾਰੀ ਕਮਜ਼ੋਰ ਹੋਊ ਤੇ ਇਹ ਕਦੇ ਵੀ ਡਿੱਗੇ ਤੇ ਅਸੀਂ ਖਤਮ ਆ। ਬਾਦਲ ਦਾ ਇੱਕ ਨਕਾਤੀ ਪ੍ਰੋਗਰਾਮ ਆ, ਸਿੱਖਾਂ ਨੂੰ ਕੁੱਟੋ, ਸਿੱਖ ਕੁੱਟ ਕੇ ਮਾਰ ਕੇ ਇਹਨਾਂ ਨੂੰ 1-2% ਵੋਟ, 4% ਟੁੱਟ ਵੀ ਜਾਂਦੀ ਆ, ਤਾਂ ਮੇਰੇ ਨਾਲ ਉਧਰੋਂ 10-15% ਵੋਟ ਆ ਜਿਹੜੀ ਉਹ ਮੈਨੂੰ ਭੁਗਤਦੀ। ਸੰਤ ਤੇ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਰਤ ਸਟੇਟ ਔਰ ਇੰਟਰਨੈਸ਼ਨਲ ਲੈਵਲ ਤੇ ਸਾਡੀ ਗੱਲ ਚੱਲੀ ਔਰ ਸਾਡੀ ਗੱਲ ਸੁਣੀ ਜਾਂਦੀ ਸੀ, ਪਰ ਗੱਲ ਕਰਨ ਵਾਲੇ ਟੇਬਲ ਤੇ ਕੌਣ ਸੀਗੇ? ਉਹ ਫਿਰ ਇਹ ਲੋਕ ਸੀਗੇ। ਇੱਕ ਸਮਾਂ ਇਹੋ ਜਿਹਾ ਬਣ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਰਕਾਰ ਬਣਾਉਣ ਦੇ ਸਮਰੱਥ ਹੋ ਗਈ, ਪਰ ਫਿਰ ਉਹੀ ਟੋਲਾ ਜਿਹੜਾ ਇਹ ਬਾਦਲ ਮਾਫੀਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਪਾਬੰਦੀ ਵੀ ਲੱਗੀ। ਕਾਲਜਾਂ ਦੇ ਵਿੱਚ ਇਹਨਾਂ ਦੇ ਬੈਨ ਹੋ ਗਿਆ। ਜਿਹੜੇ ਕੋਈ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜੇ ਸੀ ਸਟੂਡੈਂਟ, ਉਹਨਾਂ ਨੂੰ ਕਾਲਜਾਂ ਦੇ ਵਿੱਚੋਂ ਰੈਸਟੀਗੇਟ ਕੀਤਾ ਜਾਣ ਲੱਗਿਆ। ਉਹਨਾਂ ਨੂੰ ਕੋਈ ਨਾ ਕੋਈ ਇਲਜ਼ਾਮ ਲਾ ਕੇ ਕਾਲਜਾਂ ਦੇ ਵਿੱਚੋਂ ਕੱਢਿਆ ਜਾਂਦਾ ਸੀ। ਜੇ ਕੋਈ ਅੜੀ ਕਰਦੇ ਸੀ ਤਾਂ ਕੋਈ ਨਾ ਕੋਈ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ। ਜਿਨ੍ਹਾਂ ਨੂੰ ਇੱਥੇ ਪੁਲਿਸ ਤੰਗ ਕਰਦੀ ਸੀ ਉਹ ਵਿਦੇਸ਼ਾਂ 'ਚ ਚਲੇ ਗਏ। ਤਾਂ ਸਾਡੀ ਮੂਵਮੈਂਟ ਨੂੰ ਕਈ ਪਾਸਿਆਂ ਤੋਂ ਢਾਹ ਲੱਗੀ। ਜਿਹੜੇ ਅੱਜ ਦਾਅਵੇ ਕਰਦੇ ਆ, ਵੱਡੇ ਦਾਅਵੇ ਕਰਦੇ ਆ, ਸੰਤਾਂ ਦੇ ਨਾਲ ਗੱਲ ਕਰਨ ਰਹਿਣ ਦੇ ਜਾਂ ਹੋਰ ਵੀ ਗੱਲਾਂ ਕਰਦੇ ਨੇ, ਉਸ ਵਿਚਾਰਧਾਰਾ ਦੀਆਂ ਗੱਲਾਂ ਕਰਦੇ ਜਦੋਂ ਉਹਨਾਂ ਸਮਾਗਮਾਂ 'ਚ ਪੈਂਦੇ ਆ, ਲੇਕਿਨ ਉਸ ਸਮੇਂ ਉਹ ਲੋਕਾਂ ਨੇ ਵੱਡਾ ਧੋਖਾ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ, ਕਿ ਉਹ ਜਿਹੜੇ ਮਨੋਰਥ ਨੂੰ ਲੈ ਕੇ ਉੱਥੇ ਜੁੜੇ ਸੀਗੇ ਉਸ ਮੂਵਮੈਂਟ ਦੇ ਵਿੱਚ, ਉੱਥੋਂ ਉਹ ਭਗੌੜੇ ਨੇ। ਲਾਲਚਾਂ ਨੇ ਜਿਹੜੇ ਪੰਜਾਬ ਦੇ ਮਸਲੇ ਸੀ ਉਹ ਮਿੱਟੀ ਦੇ ਵਿੱਚ ਰੋਲ ਕੇ ਰੱਖ ਲਏ। ਪੰਜਾਬ ਦੇ ਮਸਲੇ ਰੋਲ ਤੇ ਸਾਡੀ ਪੰਜਾਬ ਦੀ ਜਿਹੜੀ ਨੌਜਵਾਨੀ ਸੀਗੀ, ਹਜ਼ਾਰਾਂ ਨੌਜਵਾਨ ਸਾਡਾ ਸ਼ਹੀਦ ਹੋ ਗਿਆ। ਸਾਨੂੰ ਤਾਂ ਰੋਣ ਆਉਂਦਾ, ਅੱਖਾਂ 'ਚੋਂ ਅੱਥਰੂ ਨਿਕਲਦੇ ਆ ਕਿ ਜਦੋਂ ਅਸੀਂ ਉਹ ਸਮਾਂ ਯਾਦ ਕਰਦੇ ਹਾਂ, ਔਰ ਸ਼ਰਮ ਆਉਂਦੀ ਉਹਨਾਂ ਲੀਡਰਾਂ ਤੇ ਜਿਹੜੇ ਅੱਜ ਇਸ ਬੰਦਿਆਂ ਦੇ ਨਾਲ ਬੈਠ ਕੇ ਸਾਨੂੰ ਇਹ ਗੱਲਾਂ ਦੱਸਦੇ ਆ ਕਿ ਅਸੀਂ ਸੰਘਰਸ਼ ਦੇ ਨਾਲ ਜੁੜੇ ਰਹੇ ਹਾਂ। ਲਾਹਨਤ ਆ ਤੁਹਾਡੀ ਇਹੋ ਜਿਹੇ ਸੰਘਰਸ਼ ਦੇ ਨਾਲ ਜੁੜੇ ਰਹਿਣ ਵਾਲਿਆਂ ਲਈ। ਹੈਡਿੰਗ ਲੱਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਨ ਤਮਗੇ ਨਾਲ ਸਨਮਾਨਿਤ ਕਰਾਂਗੇ। ਕਿਉਂ ਕਰਾਂਗੇ? ਕਿ 14 ਅਗਸਤ ਇਹਨੇ ਉਜਾੜਾ ਦਿਵਸ ਵਜੋਂ ਮੰਨਿਆ। ਤਮਗਾ ਤਾਂ ਦਿੰਦਾ ਜੇ ਤੇਰੇ ਆ ਜਿਹੜੇ ਪਿਓ ਦਾਦੇ ਬਾਹ ਬੈਠੇ ਆ ਕਿਸਾਨ ਬਾਰਡਰਾਂ ਦੇ ਉੱਤੇ, ਕੀ ਇਹਨਾਂ ਦੀਆਂ ਮੰਗਾਂ ਮੋਦੀ ਨੇ ਮੰਨ ਲਈਆਂ? ਕੀ 47 ਵੇਲੇ ਕੀਤੇ ਵਾਅਦੇ ਮੋਦੀ ਨੇ ਪੰਜਾਬੀਆਂ ਨਾਲ ਪੂਰੇ ਕਰਤੇ? ਸਾਨੂੰ ਖੁਦ ਮੁਖਤਿਆਰੀ ਦੇਤੀ। ਇਹੋ ਜਿਹੇ ਬੰਦਿਆਂ ਕਰਕੇ ਤਾਂ ਜਿਹੜਾ ਕੌਮ ਦਾ ਬੇੜਾ ਗਰਕ ਹੁੰਦਾ ਪਿਆ।
ਤੁਸੀਂ ਵੀ ਦਾੜੀ ਕੇਸ ਰੱਖੇ, ਮੇਰੇ ਵੀ ਦਾੜੀ ਆ, ਆਪਾਂ ਅੱਜ ਕਹਿ ਦਿੰਨੇ ਆ ਕਿ ਸਾਨੂੰ ਚਾਹੀਦਾ ਸਿੱਖ ਸਟੇਟ ਚਾਹੀਦੀ ਆ, ਅਸੀਂ ਅੱਜ ਦੇਸ਼ ਧਰੋਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ KTV ਚੈਨਲ ਦੇਖ ਰਹੇ ਹੋ। ਮੈਂ ਅਮਨਦੀਪ ਸਿੰਘ। ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਪੰਜਾਬ ਨੂੰ ਆਪਣੀ ਹੋਂਦ ਨੂੰ ਬਚਾਏ ਰੱਖਣ ਦੇ ਲਈ ਸੰਘਰਸ਼ ਕਰਨੇ ਪਏ ਨੇ। ਮੌਜੂਦਾ ਦੌਰ ਦੇ ਵਿੱਚ ਪੰਜਾਬ ਫਿਰ ਉਹਨਾਂ ਸੰਘਰਸ਼ਾਂ ਵੱਲ ਨੂੰ ਵੱਧਦਾ ਨਜ਼ਰ ਆ ਰਿਹਾ ਹੈ, ਜਿਹੜੇ ਸੰਘਰਸ਼ ਪੰਜਾਬ ਦੇ ਵਿੱਚ 3 ਸਦੀਆਂ ਪਹਿਲਾਂ ਚੱਲੇ ਅਤੇ ਲੰਬਾ ਸਮਾਂ ਜਿਨ੍ਹਾਂ ਹੱਕਾਂ ਦੇ ਲਈ ਪੰਜਾਬ ਨੇ ਖੂਨ ਵਹਾਇਆ, ਜਿਨ੍ਹਾਂ ਹੱਕਾਂ ਦੇ ਲਈ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ ਗਿਆ, ਉਹ ਮਸਲੇ ਹੁਣ ਵੀ ਉੱਠਦੇ ਨਜ਼ਰ ਆ ਰਹੇ ਨੇ। ਇੰਜ ਲੱਗਦਾ ਹੈ ਕਿ ਫਿਰ ਇੱਕ ਵਾਰ ਉਹਨਾਂ ਮਸਲਿਆਂ ਨੂੰ ਨੌਜਵਾਨ ਚੱਕਣਗੇ ਅਤੇ ਉਹਨਾਂ ਮਸਲਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਕੇਂਦਰ ਦੇ ਨਾਲ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਨੇ। ਪਰ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਜਦੋਂ ਸਿੱਖ ਸੰਘਰਸ਼ ਚੱਲਿਆ, ਜਦੋਂ ਧਰਮ ਯੁੱਧ ਮੋਰਚਾ ਚੱਲਦਾ ਹੈ, ਤਾਂ ਉਹਦੇ ਵਿੱਚ ਜਿਹੜੀ ਪ੍ਰਾਪਤੀ ਨਹੀਂ ਹੋਈ ਉਹਦੇ ਕੀ ਕਾਰਨ ਸੀ? ਕਿਉਂਕਿ ਜਦੋਂ ਪ੍ਰਾਪਤੀਆਂ ਨਹੀਂ ਹੁੰਦੀਆਂ ਤਾਂ ਇਹਦੇ ਮੁੱਖ ਕਾਰਨ ਇਹ ਹੋ ਜਾਂਦੇ ਨੇ ਕਿ ਕੁਝ ਆਗੂ ਗਦਾਰ ਨਿਕਲਦੇ ਨੇ। ਤਾਂ ਉਹ ਕਿਹੜੇ ਆਗੂ ਸਨ, ਕਿਹਨਾਂ ਨੇ ਗਦਾਰੀਆਂ ਕੀਤੀਆਂ, ਕਿਹਨਾਂ ਨੇ ਪੈਰ ਪਿੱਛੇ ਪੱਟੇ? ਜੋ ਜਿਹੜੀ ਮੂਵਮੈਂਟ ਸੀ ਮੁੱਖ ਤੌਰ ਦੇ ਉੱਤੇ ਕਿਸੇ ਸਮੇਂ ਜਿਹੜੀ ਆਪਣੇ ਚਰਮ ਸੀਮਾ ਦੇ ਉੱਤੇ ਮੂਵਮੈਂਟ ਚੱਲ ਰਹੀ ਸੀ, ਉਹ ਕਿਵੇਂ ਉਹ ਮੂਵਮੈਂਟ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੁੰਦੀ ਗਈ? ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਮੇਜਰ ਸਿੰਘ ਖਾਲਸਾ ਜੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਨੇ, ਸੰਘਰਸ਼ਾਂ ਦੇ ਵਿੱਚ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਉਹਨਾਂ ਤੋਂ ਹੀ ਜਾਣਾਂਗੇ ਉਹਨਾਂ ਦੀ ਜ਼ੁਬਾਨੀ ਕਿ ਕਿਵੇਂ ਆਖਰ ਇਹ ਜਿਹੜੀ ਮੂਵਮੈਂਟ ਸੀ ਜੋ ਪੰਜਾਬ ਦੀ ਚਰਮ ਸੀਮਾ ਸੀ, ਜੋ ਦੇਸ਼ ਦੇ ਫੈਸਲੇ ਤੱਕ ਕਰਨ ਦੇ ਸਮਰੱਥ ਹੋ ਚੁੱਕੀ ਸੀ ਕਿ ਪੰਜਾਬ ਦੇ ਫੈਸਲੇ ਕਿੱਥੋਂ ਹੋਣਗੇ, ਤਾਂ ਜਿਹੜਾ ਧੜਾ ਪੰਜਾਬ ਦੇ ਫੈਸਲੇ ਕਰਦਾ ਸੀ ਤਾਂ ਉਹ ਧੜਾ ਪੰਜਾਬ ਦੇ ਵਿੱਚੋਂ ਕਿਵੇਂ ਅਲੋਪ ਹੁੰਦਾ ਗਿਆ? ਕਿਵੇਂ ਪੰਜਾਬ ਦੇ ਮੁੱਖ ਮਸਲੇ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੇ ਵੱਧ ਅਧਿਕਾਰਾਂ ਦੇ ਮਸਲੇ ਪੰਜਾਬ ਦੇ ਵਿੱਚੋਂ ਗਾਇਬ ਕਰ ਦਿੱਤੇ ਗਏ? ਮੇਜਰ ਸਿੰਘ ਖਾਲਸਾ ਜੀ, ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲਬਾਤ ਸ਼ੁਰੂ ਕਰਨਾ ਚਾਹਾਂਗੇ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਹੈ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਹੜੀ ਕਿਸੇ ਸਮੇਂ ਪੰਜਾਬ ਅਤੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹਦੀ ਪੂਰੀ ਚੜ੍ਹਤ ਸੀ, ਜਿਹਦੀ ਪੂਰੀ ਤੂਤੀ ਬੋਲਦੀ ਸੀ, ਸਿੱਖ ਜਿਹੜੇ ਸਟੂਡੈਂਟ ਸੀ ਜਿਨ੍ਹਾਂ ਜੁੜੇ ਹੋਏ ਸੀ, ਤਾਂ ਜਿਹਦੇ ਇੱਕ ਜਿਹੜੀ ਉਹਨਾਂ ਨੂੰ ਧਰਮ ਦੇ ਵੱਲ ਖਿੱਚ ਕੇ ਲੈ ਕੇ ਆਉਂਦੀ ਸੀ, ਜਾਂ ਪੰਜਾਬ ਦੇ ਹੱਕਾਂ ਦੀ ਜਿਹੜੀ ਪਹਿਲੀ ਵਿਦਿਆਰਥੀ ਜਥੇਬੰਦੀ ਲਾ ਲਈਏ ਕਿ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲਬਾਤ ਕਰਦੀ ਸੀ। ਅੱਜ ਜਦੋਂ ਦੇਖਦੇ ਹਾਂ ਕਿ ਪੰਜਾਬ ਦੇ ਕਾਲਜਾਂ ਦੇ ਵਿੱਚੋਂ, ਸਕੂਲਾਂ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਜਥੇਬੰਦੀ ਅਲੋਪ ਹੋ ਚੁੱਕੀ ਹੈ, ਕੀ ਕਾਰਨ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦਾ ਜਿਹੜਾ ਸਵਾਲ ਆ, ਇਹਨੂੰ ਮੈਂ ਸ਼ੁਰੂ ਉੱਥੋਂ ਕਰਾਂਗਾ ਫੈਡਰੇਸ਼ਨ ਦੇ ਜਨਮ ਦੇ ਕਾਰਨ, ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਪਾਂ ਸਾਰੇ ਦੇਸ਼ ਨੂੰ, ਪੰਜਾਬ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜਾਈ ਲੜ ਰਹੇ ਸੀ। ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਸਾਡੇ ਨਾਲ ਦੀ ਨਾਲ ਜਿਹੜਾ ਸਿੱਖਾਂ ਦੇ ਅੰਦਰ, ਖਾਸ ਕਰਕੇ ਪੰਜਾਬ ਦੀ ਧਰਤੀ ਦੀ ਤਸਵੀਰ ਆ ਜਿਹੜੀ, ਉਹਦੇ ਵਿੱਚ ਧਰਮ ਹੈਗਾ ਜ਼ਰੂਰੀ। ਤਾਂ ਪੰਜਾਬ ਦਾ ਹਰ ਜਿਹੜਾ ਬਸ਼ਿੰਦਾ ਉਹ ਧਰਮੀ ਆ। ਤਾਂ ਹੋਇਆ ਕੀ ਕਿ ਸਾਡੇ ਜਿਹੜੇ ਕਪੂਰਥਲੇ ਦੀ ਰਿਆਸਤ ਸੀਗੀ, ਇਹ ਅੰਗਰੇਜ਼ਾਂ ਦੇ ਨਾਲ ਥੱਲੇ ਚਲੀ ਗਈ, ਉਹਨਾਂ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਸੀ। ਤਾਂ ਜਿਹੜਾ ਉੱਥੋਂ ਦਾ ਰਾਜਕੁਮਾਰ ਸੀਗਾ, ਉਹਨਾਂ ਦਾ 2 ਨੰਬਰ ਵਾਲਾ, ਉਹ ਈਸਾਈ ਹੋ ਗਿਆ। ਤਾਂ ਖਾਲਸਾ ਕਾਲਜ ਦੇ ਵਿੱਚ ਇੱਕ ਵਾਰੀ ਪ੍ਰੋਗਰਾਮ ਰੱਖਿਆ ਗਿਆ, ਉੱਥੇ ਇਹਨੂੰ ਚੀਫ ਗੈਸਟ ਜਿਹਨੂੰ ਆਪਾਂ ਅੱਜ ਕਹਿ ਸਕਦੇ ਹਾਂ ਕਿ ਉਹ ਬੁਲਾਇਆ ਕਿ ਉਹ ਆਉਣਗੇ, ਤੇ ਉਹ ਈਸਾਈ ਹੋ ਚੁੱਕਿਆ ਸੀ, ਜਿਹਦੇ ਵਿੱਚ ਸਿੱਖ ਪਾੜਿਆਂ ਨੇ, ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਸੀ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਤਾਂ ਉਸ ਸਮੇਂ ਪੁਲਿਸ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰਤਾ। ਉੱਥੇ ਫਿਰ ਸਾਡੇ ਪਾੜਿਆਂ ਨੇ ਇਹ ਵਿਚਾਰ ਕੀਤੀ ਕਿ ਅਗਰ ਆਪਾਂ ਇਸ ਤਰ੍ਹਾਂ ਕਰਕੇ ਇਕੱਲੇ ਰਹੇ ਤਾਂ ਸਾਨੂੰ ਮਾਰ ਪਊਗੀ, ਆਪਾਂ ਕਿਉਂ ਨਾ ਆਪਣਾ ਇੱਕ ਸੰਗਠਨ ਕਾਇਮ ਕੀਤਾ ਜਾਵੇ ਸਿੱਖਾਂ ਦਾ, ਖਾਸ ਕਰਕੇ ਕਿਉਂਕਿ ਉਸ ਸਮੇਂ ਮੁਸਲਿਮ ਲੀਗ ਚੱਲਦੀ ਸੀ ਸਟੂਡੈਂਟਾਂ ਦੀ, ਇਸੇ ਤਰ੍ਹਾਂ ਹੀ ਕਾਂਗਰਸ ਦੀ ਸਟੂਡੈਂਟ ਯੂਨੀਅਨ ਚੱਲਦੀ ਸੀ। ਤਾਂ ਉਸ ਸਮੇਂ ਸਿੱਖ ਸਟੂਡੈਂਟ ਫੈਡਰੇਸ਼ਨ 1943 ਦੇ ਵਿੱਚ ਜਦੋਂ ਸਾਡੇ ਨੌਜਵਾਨਾਂ ਨੂੰ, ਸਿੱਖ ਪਾੜਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ, ਤਾਂ ਜੇਲ੍ਹ ਦੇ ਵਿੱਚ ਪਾੜਿਆਂ ਦੀ ਆਪਸ ਵਿੱਚ ਵਿਚਾਰ ਚਰਚਾ ਹੋਈ ਕਿ ਆਪਾਂ ਇੱਕ ਪਲੇਟਫਾਰਮ ਬਣਾਈਏ। ਤਾਂ ਇਹ ਫੈਡਰੇਸ਼ਨ ਉਸ ਦੇ ਵਿੱਚੋਂ ਜਨਮੀ 1944 ਦੇ ਵਿੱਚ ਹੋਂਦ ਵਿੱਚ ਆਈ। ਪਹਿਲੇ ਪ੍ਰਧਾਨ ਇਹਦੇ ਸਰਦਾਰ ਸਰੂਪ ਸਿੰਘ ਕੱਲਾ ਬਣਾਏ ਗਏ। ਜਦੋਂ ਫੈਡਰੇਸ਼ਨ ਦੀ ਜਿਹੜੀ ਇਲੈਕਸ਼ਨ ਨਹੀਂ ਕਵਾਂਗੇ, ਉਸ ਸਮੇਂ ਸਰਬਸੰਮਤੀ ਨਾਲ ਫੈਸਲਾ ਕਰਕੇ ਤੇ ਫੈਡਰੇਸ਼ਨ ਦੀ ਜਿਹੜੀ ਚੋਣ ਕੀਤੀ ਗਈ, ਉਹਦੇ ਵਿੱਚ ਸਰੂਪ ਸਿੰਘ ਕੱਲੇ ਨੂੰ ਪ੍ਰਧਾਨ ਬਣਾਇਆ ਗਿਆ ਫੈਡਰੇਸ਼ਨ ਦਾ। ਤਾਂ ਫੈਡਰੇਸ਼ਨ ਨੇ ਸ਼ੁਰੂ ਤੋਂ ਹੀ ਸਿੱਖ ਹੱਕਾਂ ਲਈ, ਸਿੱਖ ਹਿੱਤਾਂ ਲਈ
ਔਰ ਦੇਸ਼ ਦੀ ਆਜ਼ਾਦੀ ਲਈ ਔਰ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ, ਧਰਮ ਨਾਲ ਜੋੜਨ ਲਈ, ਸਿੱਖ ਗੁਰੂ ਸਾਹਿਬਾਨ ਦੇ ਅਮੀਰ ਫਲਸਫੇ ਤੋਂ ਜਾਣੂ ਕਰਾਉਣ ਲਈ, ਹੱਕਾਂ ਦੇ ਅਧਿਕਾਰਾਂ ਨੂੰ ਤੋਂ ਜਾਣੂ ਕਰਾਉਣ ਲਈ ਇਹ ਜਿਹੜਾ ਮੰਤਵ ਸੀ, ਮੁੱਖ ਮੰਤਵ ਇਹਦਾ। ਤੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਜੋੜਨਾ, ਉਹਨਾਂ ਨੂੰ ਐਜੂਕੇਟ ਕਰਨਾ, ਚੇਤੰਨ ਕਰਨਾ ਆਪਣੇ ਹੱਕਾਂ ਤੇ ਅਧਿਕਾਰਾਂ ਤੋਂ, ਇਹ ਜਿਹੜਾ ਫੈਡਰੇਸ਼ਨ ਦਾ ਮੁੱਖ ਮੰਤਵ ਰਿਹਾ। ਤੋ ਜਿਹੜਾ ਮੈਂ ਲੰਬੀ ਗੱਲ ਨਾ ਕਰਦਾ ਹੋਇਆ ਮੈਂ ਲਿਆਉਣਾ 1984-82 ਤੋਂ ਮੈਂ ਗੱਲ ਕਰੂੰਗਾ, ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ, ਔਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਦੋਂ ਉਹ ਕਮਾਂਡ ਸੰਭਾਲਦੇ ਆ ਫੈਡਰੇਸ਼ਨ ਦੀ, ਉਸ ਸਮੇਂ ਦਾ ਸੁਨਹਿਰੀ, ਅਸੀਂ ਮੰਨਦੇ ਹਾਂ ਕਿ ਉਹ ਸਮਾਂ ਸੁਨਹਿਰੀ ਕਾਲ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ। ਔਰ ਸੰਤਾਂ ਦੀ ਸਰਪ੍ਰਸਤੀ ਹੇਠ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇੱਕ ਸਟੇਟ, ਭਾਰਤੀ ਸਟੇਟ ਨਾਲ ਇੱਕ ਬੜਾ ਵੱਡਾ ਸੰਘਰਸ਼ ਲੜਿਆ, ਸਿੱਖ ਮੁੱਦਿਆਂ ਨੂੰ ਲੈ ਕੇ, ਸਿੱਖ ਹੱਕਾਂ ਦੇ ਅਧਿਕਾਰਾਂ ਨੂੰ ਲੈ ਕੇ, ਆਪਣੀ ਧਰਮ ਦੀ ਆਜ਼ਾਦੀ ਨੂੰ ਲੈ ਕੇ ਬੜਾ ਵੱਡਾ ਸੰਘਰਸ਼ ਲੜਿਆ, ਜਿਹਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਸਮੇਂ ਦੀ ਹਕੂਮਤ ਸੀ ਜਿਹੜੀ ਹਿੰਦੂਤਵੀ ਸੋਚ ਆ ਜਿਹੜੀ ਇਸ ਦੇਸ਼ ਨੂੰ ਚਲਾ ਰਹੀ ਆ, ਉਹਨੇ ਕਦੇ ਵੀ ਘੱਟ ਗਿਣਤੀਆਂ ਨੂੰ ਹਜਮ ਨਹੀਂ ਹੋ ਰਹੀਆਂ, ਉਹਨੂੰ ਘੱਟ ਗਿਣਤੀਆਂ ਕਿ ਇਹ ਆਪਦੇ ਮੁੱਦੇ ਜਾਂ ਆਪਦੀਆਂ ਮੰਗਾਂ ਕਿਉਂ ਮੰਗਦੀਆਂ, ਜਦੋਂ ਕਿ ਸਾਡੇ ਨਾਲ ਸਾਨੂੰ ਰਾਜ ਭਾਗ ਮਿਲਦਾ ਸੀ। ਜੇ ਮੁਸਲਮਾਨਾਂ ਨੂੰ 47 ਦੇ ਵਿੱਚ ਪਾਕਿਸਤਾਨ ਮਿਲਿਆ, ਹਿੰਦੂਆਂ ਨੂੰ ਇਹ ਭਾਰਤ ਦੇਸ਼ ਮਿਲਿਆ, ਤਾਂ ਸਾਨੂੰ ਵੀ ਸਾਡੀ ਸਟੇਟ ਮਿਲਦੀ ਸੀ, ਕਿਉਂਕਿ ਦੇਸ਼ ਪੰਜਾਬ ਜਿਹੜਾ ਸੀ ਉਹ ਪੰਜਾਬੀਆਂ ਦੇ ਦੇਸ਼, ਪੰਜਾਬ ਦੇ ਟੁਕੜੇ ਹੋਏ ਸੀ। ਉਹ ਉਦੋਂ ਸਾਡੇ ਨਾਲ ਵੀ ਉਹ ਗੱਲ ਕਰਦੇ ਸੀ ਕਿ ਤੁਸੀਂ ਵੀ ਜਿਹੜਾ ਆਪਣੀ ਖਿੱਤਾ ਲੈ ਸਕਦੇ ਹੋ, ਸਾਡੇ ਤੋਂ ਖੁਦ ਮੁਖਤਿਆਰੀ ਲੈ ਸਕਦੇ ਹੋ ਆਪਣੇ ਖਿੱਤੇ 'ਚ। ਸਾਡੇ ਨਾਲ ਮੁਸਲਮਾਨ ਵੀ ਗੱਲ ਕਰਦੇ ਸੀ, ਜਿਨਾਹ ਵੀ ਗੱਲ ਕਰਦਾ ਸੀ ਕਿ ਤੁਸੀਂ ਸਾਡੇ ਨਾਲ ਆ ਜਾਓ, ਤੁਹਾਨੂੰ ਰਿਜ਼ਰਵੇਸ਼ਨ ਵੀ ਇੰਨੇ % ਦੇਵਾਂਗੇ, ਉਹਦੇ ਵਿੱਚੋਂ ਤੁਹਾਨੂੰ ਤੁਹਾਡੇ ਮੁਤਾਬਕ ਕਾਨੂੰਨ ਬਣਨਗੇ, ਜੋ ਤੁਸੀਂ ਚਾਹੋਗੇ ਉਹ ਅਸੀਂ ਉਸ ਪਾਸੇ ਕਰਾਂਗੇ ਪਾਕਿਸਤਾਨ ਦੇ ਵਿੱਚ, ਤੇ ਤੁਸੀਂ ਸਾਡੇ ਨਾਲ ਆ ਜਾਓ। ਪਰ ਸਾਡੇ ਉਸ ਸਮੇਂ ਦੇ ਸਰਕਮਸਟੈਂਸਿਸ ਜੋ ਵੀ ਹੋਣਗੇ, ਮੈਂ ਅੱਜ ਕਿਸੇ ਨੂੰ ਦੋਸ਼ ਨਾ ਦੇਵਾਂ, ਕਿਉਂਕਿ ਉਸ ਸਮੇਂ ਦੇ ਜਿਹੜੇ ਸਾਡੇ ਵਡੇਰੇ ਸੀ, ਆਗੂ ਸਾਹਿਬਾਨ, ਉਹਨਾਂ ਨੇ ਸਮੇਂ ਦੇ ਹਾਲਾਤਾਂ ਮੁਤਾਬਕ ਫੈਸਲਾ ਜੋ ਲਿਆ। ਅੱਜ ਭਾਰਤ ਦੇਸ਼ ਆ, ਇਹਦੇ ਉਦੋਂ ਦੇ ਹਾਕਮ ਸੀ ਜਿਹੜੇ ਨਹਿਰੂ, ਗਾਂਧੀ ਜਾਂ ਪਟੇਲ ਵਗੈਰਾ, ਇਹਨਾਂ ਲੋਕਾਂ ਦੇ ਨਾਲ, ਇਹ ਤਾਂ ਖੈਰ ਪਟੇਲ ਬਾਅਦ ਚ ਆਉਂਦਾ, ਜਾਂ ਨਹਿਰੂ ਗਾਂਧੀ ਦੇ ਨਾਲ ਹੀ ਉਦੋਂ ਜ਼ਿਆਦਾ ਵਾਰਤਾਲਾਪ ਆਪਣੀ ਚੱਲਦੀ ਸੀ। ਇਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਤੁਸੀਂ ਭਾਰਤ ਦੇ ਨਾਲ ਰਹੋ, ਤੁਹਾਨੂੰ ਉੱਤਰੀ ਖਿੱਤੇ ਦੇ ਵਿੱਚ ਪੂਰਨ ਆਜ਼ਾਦੀ ਹੋਊਗੀ, ਖੁਦ ਮੁਖਤਿਆਰੀ ਹੋਊਗੀ, ਤੇ ਤੁਸੀਂ ਆਪਣੇ ਭਵਿੱਖ ਦੇ ਫੈਸਲੇ ਖੁਦ ਘੜ ਸਕਦੇ ਹੋਵੋਗੇ, ਇਹੋ ਜਿਹਾ ਤੁਹਾਨੂੰ ਅਸੀਂ ਰਾਜ ਭਾਗ ਦੇਵਾਂਗੇ। ਉਹਦੀਆਂ ਕਈ ਉਦਾਹਰਨਾਂ ਨੇ, ਜਿਵੇਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਇੱਕ ਵਾਰੀ ਗਾਂਧੀ ਨੇ ਗੁਰੂ ਗ੍ਰੰਥ ਸਾਹਿਬ ਦੇ ਵੱਲ ਕਰਕੇ ਆਪਣਾ ਮੂੰਹ ਕਰਕੇ ਗੱਲ ਕੀਤੀ ਕਿ ਮੈਂ ਕਸਮ ਖਾਨਾ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਸਿੱਖਾਂ ਨੂੰ ਪੂਰਨ ਸੁਤੰਤਰਤਾ ਹੋਊਗੀ ਭਾਰਤ ਦੇਸ਼ ਦੇ ਨਾਲ ਰਹਿਣ 'ਚ। ਤੋ ਇਸ ਤਰ੍ਹਾਂ ਦੇ ਵਾਅਦਿਆਂ ਦੇ ਕਾਰਨ ਜਿਹੜੇ ਉਦੋਂ ਦੇ ਸਾਡੇ ਮਾਸਟਰ ਤਾਰਾ ਸਿੰਘ ਜਾਂ ਬਲਦੇਵ ਸਿੰਘ ਸੀ, ਉਹਨਾਂ ਨੇ ਆਪਣਾ ਜਿਹੜਾ ਸਿੱਖਾਂ ਦਾ, ਪੰਜਾਬੀਆਂ ਦਾ ਭਵਿੱਖ ਸੀਗਾ, ਉਹ ਇਹਨਾਂ ਲੋਕਾਂ ਦੇ ਹੱਥ 'ਚ ਫੜਾ ਦਿੱਤਾ। ਪਰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਮੈਂ ਤਾਂ ਇਹ ਕਹਾਂਗਾ ਕਿ ਜਿਵੇਂ ਇਹਨਾਂ ਨੇ ਬੁੱਧ ਧਰਮ ਨੂੰ ਖਾਧਾ ਤੇ ਜੈਨ ਧਰਮ ਨੂੰ ਖਾਧਾ, ਅੱਜ ਜਿੰਨੇ ਵੱਡੇ ਹਿੰਦੂ ਮੰਦਿਰ ਨੇ, ਉਹ ਮੰਦਿਰ ਹਿੰਦੂ ਮੰਦਿਰ ਨਹੀਂ ਗਏ, ਉਹ ਬੋਧੀ ਮੰਦਿਰ ਨੇ ਐਕਚੁਅਲੀ 'ਚ। ਬੋਧੀ ਜਿਹੜੇ ਉਹਨਾਂ ਦੇ ਮੱਠ ਸੀਗੇ, ਉਹ ਜਿਹੜੇ ਮੱਠ ਸੀਗੇ, ਉਹਨਾਂ ਨੂੰ ਤੇ ਜਦੋਂ ਜ਼ੁਲਮ ਕੀਤਾ, 10 ਲੱਖ ਦੇ ਕਰੀਬ ਇਤਿਹਾਸ ਦੱਸਦਾ ਕਿ 10 ਲੱਖ ਦੇ 10-11 ਲੱਖ ਦੇ ਕਰੀਬ ਬੋਧੀ ਇਹਨਾਂ ਨੇ ਇੱਥੋਂ ਮਾਰੇ, ਭਜਾਏ ਇੱਥੋਂ। ਫਿਰ ਉਹ ਬੋਧੀਆਂ ਦਾ ਜਿਹੜਾ ਗਿਆ ਦੇ ਵਿੱਚ ਸੀ, ਉਹ ਰੁੱਖ ਥੱਲੇ, ਜਿਹਦੇ ਥੱਲੇ ਉਹਨੂੰ ਗਿਆਨ ਹੋਇਆ ਸੀ ਬੋਧੀ ਨੂੰ, ਉਹ ਰੁੱਖ ਜਲਾਤਾ। ਇੰਨੇ ਕੁ ਮਤਸਵੀ ਇਹਨਾਂ ਦੇ ਮਨਾਂ ਦੇ ਵਿੱਚ, ਇੰਨੀ ਕੁ ਦੂਜੀਆਂ ਕਮਿਊਨਿਟੀਆਂ ਦੇ ਪ੍ਰਤੀ ਮੈਂ ਕਹਾਂਗਾ ਕਿ ਇੰਨੀ ਕੁ ਨਫ਼ਰਤ ਭਰੀ ਹੋਈ ਆ ਇਹਨਾਂ ਦੇ ਦਿਮਾਗਾਂ ਦੇ ਵਿੱਚ। ਉਹੀ ਕੁਛ ਅੱਜ ਸਾਡੇ ਨਾਲ ਵੀ ਚੱਲ ਰਿਹਾ। ਉਹ ਭਜਾਏ, ਉਹਨਾਂ ਤੇ ਜ਼ੁਲਮ ਹੋਇਆ,
ਤੇ ਉਹ ਦਰਖਤ ਜਿਹਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ ਉਹਨੂੰ ਅੱਗ ਲਾਤੀ ਇਹਨਾਂ ਨੇ। ਤਾਂ ਜੈਨ ਧਰਮ ਦੇ ਮੰਦਿਰ ਵੀ ਇਸੇ ਹੀ ਤਰ੍ਹਾਂ ਇਹਨਾਂ ਨੇ ਆਪਦੇ ਹਿੰਦੂ ਮੰਦਿਰਾਂ 'ਚ ਕਨਵਰਟ ਕਰ ਲਏ। ਉਹੀ ਚੱਲਦਾ ਅੱਜ ਸਾਡੇ ਨਾਲ ਸਿੱਖਾਂ ਨਾਲ ਜ਼ੁਲਮ ਤੇ ਧੱਕਾ ਹੁੰਦਾ ਆ ਰਿਹਾ। ਤੇ ਜਿਹੜੀ ਲੜਾਈ ਤੁਸੀਂ ਸਵਾਲ ਕੀਤਾ, ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਭਿੰਡਰਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਪਿਛਲੇ ਸਮੇਂ ਫੈਡਰੇਸ਼ਨ ਦੇ ਉਹਨਾਂ ਦੇ ਨਾਲ ਹੋ ਕੇ ਜਿਹੜਾ ਲੜਿਆ, ਉਹਦੇ ਵਿੱਚ ਵੀ ਜੋ ਅੱਜ ਮੁੱਦੇ ਲੈ ਕੇ ਅਸੀਂ ਬੈਠੇ, ਅੱਜ ਸਾਡੇ ਕਿਸਾਨ ਦੇਸ਼ ਦੀਆਂ ਦਿੱਲੀ ਬਾਰਡਰ ਦੇ ਉੱਤੇ ਬੈਠੇ ਨੇ, ਚਾਰੇ ਪਾਸੇ ਸਰਹੱਦਾਂ ਦੇ ਉੱਤੇ ਬੈਠੇ ਆ। ਮੇਰਾ ਖਿਆਲ 9 ਮਹੀਨੇ ਹੋ ਗਏ, 9 ਮਹੀਨਿਆਂ ਦੇ ਕਰੀਬ, ਲੇਕਿਨ ਇਹ ਸਰਕਾਰ ਅੱਜ ਉਹਦੇ ਕੰਨ ਤੇ ਜੂੰ ਨਹੀਂ ਸਰਕਰੀ। 11-12 ਮੀਟਿੰਗਾਂ ਹੋ ਗਈਆਂ, ਲੇਕਿਨ ਉਹ ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਕੀਤੇ ਜਾ ਰਹੇ। ਸਾਡੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇਹੀ ਮੰਗਾਂ ਸੀ। ਅਗਰ ਉਸ ਸਮੇਂ ਅਸੀਂ ਲੋਕਾਂ ਨੇ, ਜਿਹੜੇ ਆਪਣੇ ਲੋਕ ਸੀ ਉਸ ਸਮੇਂ ਦੇ, ਉਹ ਸਾਥ ਦਿੱਤਾ ਹੁੰਦਾ, ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਸਾਡੀਆਂ ਅੱਜ ਜਿਹੜਾ 600 ਦੇ ਕਰੀਬ ਕਿਸਾਨ ਉੱਥੇ ਸ਼ਹੀਦ ਹੋ ਚੁੱਕਿਆ। ਅਸੀਂ ਇੰਨੀਆਂ ਅੱਜ ਉੱਥੇ ਦੇ ਜਿਹੜੇ ਆਗੂ ਵੀ ਬੈਠੇ ਆ, ਮੈਂ ਕਿਸੇ ਨੂੰ ਅੱਜ ਉਸ ਪੱਖ 'ਚ ਮੈਂ ਜਾਣਾ ਨਹੀਂ ਚਾਹੁੰਦਾ ਉਹ ਕੀ ਕਰ ਰਹੇ ਆ, ਪਰ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਅਗਰ ਧਰਮ ਹੈ ਤਾਂ ਅਸੀਂ ਜਿੰਦਾ ਪੰਜਾਬ ਦੇ ਵਿੱਚ, ਅਸੀਂ ਕੁਝ ਲੈ ਸਕਦੇ ਹਾਂ। ਅਗਰ ਤੁਸੀਂ ਧਰਮ ਨੂੰ ਪਾਸੇ ਕਰ ਦੋਗੇ ਨਾ ਤਾਂ ਆਪਾਂ ਖਤਮ ਆ, ਜ਼ੀਰੋ ਆ। ਉਹ ਲੋਕ ਕੁਝ ਨਹੀਂ ਲੈ ਸਕਦੇ। ਅੱਜ ਗੱਲਾਂ ਬਹੁਤ ਹੁੰਦੀਆਂ, ਕਿਉਂਕਿ ਮੈਂ ਪਿਛਲੇ ਸਮੇਂ ਵੀ ਗੱਲ ਕੀਤੀ ਸੀ, ਪਰ ਉਹਦੇ ਵਿੱਚ ਅੱਜ ਦੇ ਸਮੇਂ ਦੇ ਜਿਹੜੇ ਉੱਥੇ ਆਗੂ ਨੇ ਉਹਨਾਂ ਨੂੰ ਹਜਮ ਨਹੀਂ ਹੋ ਰਹੀਆਂ ਸਾਡੀਆਂ ਗੱਲਾਂ। ਔਰ ਹੋਣਾ ਐਂਡ ਉਹ ਆ ਜੋ ਅਸੀਂ ਕਹਿੰਦੇ ਆ। ਇਹਨਾਂ ਲੋਕਾਂ ਨੂੰ ਜਿੰਨਾ ਇਹ ਸਾਡੇ ਪੰਥ ਦੇ ਨਿਸ਼ਾਨ ਨੂੰ, ਸਾਡੇ ਧਰਮ ਨੂੰ, ਧਰਮ ਦੇ ਪੱਖ ਨੂੰ ਪਿੱਛੇ ਕਰਨਗੇ, ਨਕਾਰਨਗੇ, ਉਨਾ ਹੀ ਇਹ ਮਾਰ ਖਾਣਗੇ। ਅਗਰ ਇਹ, ਕਿਉਂਕਿ ਪੰਜਾਬ ਦੀ ਮਿੱਟੀ ਦੀ ਤਸਵੀਰ ਹੀ ਇਸ ਤਰ੍ਹਾਂ ਦੀ ਆ ਜਿਹੜੀ ਧਰਮ ਕੁੱਟ-ਕੁੱਟ ਕੇ ਇਹਦੇ 'ਚ ਭਰਿਆ ਹੋਇਆ। ਪੰਜਾਬ ਦਾ ਜਿਹੜਾ ਖੂਨ ਆ ਉਹਦੇ ਅੰਦਰ ਧਰਮ ਕੁੱਟ-ਕੁੱਟ ਕੇ ਭਰਿਆ ਹੋਇਆ। ਉਹ ਧਰਮ ਨੂੰ ਅਸੀਂ ਪਾਸੇ ਨਹੀਂ ਕਰ ਸਕਦੇ। ਅਸੀਂ ਪੰਥ ਦੇ ਨਿਸ਼ਾਨ ਆ, ਹਜ਼ਾਰਾਂ ਸਾਡੇ ਸ਼ਹੀਦਾਂ ਦੇ ਖੂਨ ਦੇਣ ਤੋਂ ਬਾਅਦ ਇਹ ਨਿਸ਼ਾਨ ਸਾਨੂੰ ਮਿਲੇ ਨੇ। ਇਹ ਨਿਸ਼ਾਨਾਂ ਨੂੰ ਅਸੀਂ ਨਹੀਂ ਪਾਸੇ ਕਰ ਸਕਦੇ। ਅਸੀਂ ਅੱਜ ਕਹਿ ਦਈਏ ਕਿ ਤੁਸੀਂ ਇਹਨੂੰ, ਸਾਡੇ ਕੇਸਰੀ ਨਿਸ਼ਾਨ ਸਾਹਿਬ ਦੀ ਜਿਹੜੀ ਆ ਮਤਸਵੀ ਹਿੰਦੂਤਾ ਵਾ, ਜਿਨ੍ਹਾਂ ਨੇ ਸਾਡੀ ਉੱਥੇ ਕੁਛ ਨਿਸ਼ਾਨ ਸਾਹਿਬਾਂ ਦੀ ਸਾਡੀ ਇਹਨਾਂ ਨੇ ਨਿਰਾਦਰ ਕੀਤਾ, ਔਰ ਸਮਾਂ ਆਊਗਾ ਇਹ ਅਸੀਂ ਇਹਨਾਂ ਲੋਕਾਂ ਨੂੰ ਉਹਦਾ ਜਵਾਬ ਦੇਵਾਂਗੇ। ਕਾਰਨ ਕੀ ਮੰਨਿਆ ਜਾਵੇ ਕਿ ਪੰਜਾਬ ਅੱਜ ਫੇਰ ਉਹੀ ਮਸਲੇ ਚੱਕ ਰਿਹਾ, ਚਾਹੇ ਕਿਸਾਨਾਂ ਦੇ ਜਿਹੜੇ ਅਧਿਕਾਰਾਂ ਦੀ ਗੱਲ ਹੋਵੇ ਕਿ ਉਹਨਾਂ ਨੂੰ ਉਹਦੀ ਫਸਲਾਂ ਦਾ ਵੱਧ ਅਧਿਕਾਰ ਜਿਹੜਾ ਮੁੱਲ ਨੇ ਉਹ ਸਹੀ ਮਿਲਣ, ਚਾਹੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਹੋਵੇ, ਜਾਂ ਜਿਵੇਂ ਹੁਣ ਚੋਣਾਂ ਆ ਗਈਆਂ, ਪੰਜਾਬ ਦੇ ਪਾਣੀਆਂ ਦੀ ਗੱਲ ਉੱਠਣ ਲੱਗ ਗਈ ਕਿ ਪੰਜਾਬ ਆ ਜਿਹੜਾ ਉਹ ਇੱਕ, ਉਹਦੇ ਕੋਲ ਨੈਚੁਰਲ ਸੋਰਸਿਸ ਕਈ ਨੇ, ਪਰ ਜੇਕਰ ਉਹਨੂੰ ਉਹਦੇ ਹੱਕ ਦੇ ਦਿੱਤੇ ਜਾਣ ਤਾਂ ਉਹ ਬੜਾ ਅਮੀਰ ਹੋ ਸਕਦਾ। ਹੱਕ ਹੈ ਜਿਹੜੀ ਕੇਂਦਰ ਸਰਕਾਰ ਦੱਬੀ ਬੈਠੀ ਹੈ। ਤੁਸੀਂ ਕਾਰਨ ਕੀ ਮੰਨਦੇ ਹੋ ਕਿ ਅੱਜ ਵੀ ਉਹੀ ਮੰਗਾਂ ਨੇ ਜਿਹੜੀਆਂ ਪੰਜਾਬ ਦੀਆਂ ਬਰਕਰਾਰ ਨੇ ਜੋ ਧਰਮ ਯੁੱਧ ਮੋਰਚੇ ਦੇ ਵਿੱਚ ਸੀ, ਉਸ ਵਕਤ ਮੰਗਾਂ ਕਿਉਂ ਨਹੀਂ ਪ੍ਰਾਪਤ ਹੋਈਆਂ? ਉਹਨਾਂ ਵਿੱਚ ਪ੍ਰਾਪਤੀਆਂ ਕਿਉਂ ਨਹੀਂ ਹੋਈਆਂ? ਉਹ ਕੀ ਕਾਰਨ ਮੰਨਦੇ ਹੋ? ਕੋਈ ਗਦਾਰੀਆਂ ਮੰਨਦੇ ਹੋ, ਜਾਂ ਜਿਹੜੇ ਕੇਂਦਰ ਦੀਆਂ ਕੁਝ ਅਜਿਹੀਆਂ ਚਾਲਾਂ ਸੀ ਉਹਨਾਂ ਕਰਕੇ? ਪ੍ਰਾਪਤੀਆਂ ਅੱਜ ਵੀ ਨਹੀਂ ਹੋਣੀਆਂ, ਕੌੜਾ ਲਫ਼ਜ਼ ਆ। ਕਿਉਂਕਿ ਜਿਹੜੇ ਸਾਡੇ ਜਿਹੜਾ ਆਗੂ ਹੁੰਦਾ ਨਾ, ਆਗੂ ਨੂੰ ਕਈ ਤਰ੍ਹਾਂ ਨਾਲ ਆਪਾਂ ਡਿਫਾਈਨ ਕਰ ਸਕਦੇ ਹਾਂ। ਮੰਨ ਲਓ ਆਪਾਂ ਚਾਰ ਦੀਵਾਰੀ 'ਚ ਬੈਠੇ ਹਾਂ, ਜੇ ਸਾਡੀ ਚਾਰ ਦੀਵਾਰੀ ਕਮਜ਼ੋਰ ਹੋਊ ਤੇ ਇਹ ਕਦੇ ਵੀ ਡਿੱਗੇ ਤੇ ਅਸੀਂ ਖਤਮ ਆ। ਜਿਹੜਾ ਆਗੂ ਹੁੰਦਾ ਨਾ ਕਿਸੇ ਵੀ ਕੌਮ ਦਾ, ਉਹਨੇ ਕੌਮ ਦੀ ਭਵਿੱਖ ਦੀ ਘਾਟ ਘੜਨੀ ਹੁੰਦੀ ਆ ਆਗੂ ਨੇ। ਜੇ ਸਾਡਾ ਆਗੂ ਚੰਗਾ ਤਾਂ ਸਾਡਾ ਭਵਿੱਖ ਸੁਰੱਖਿਅਤ ਵੀ ਆ ਤੇ ਚੰਗਾ ਵੀ ਆ। ਜੇ ਸਾਡਾ ਆਗੂ ਮਾੜਾ ਤਾਂ ਅਸੀਂ ਅੱਜ ਵੀ ਮਰੇ ਆ, ਕੱਲ ਵੀ ਮਰੇ ਆ। ਉਹ ਹਾਲ ਸਿੱਖਾਂ ਨਾਲ ਹੋ ਰਿਹਾ। ਬਦਕਿਸਮਤੀ ਆ ਕਿ ਸਿੱਖਾਂ ਨੂੰ ਜਿਹੜੇ ਆਗੂ ਮਿਲੇ ਆ, ਲੀਡਰ ਮਿਲੇ ਆ, ਮੈਂ 78 ਤੋਂ ਲੈਣਾ ਹੁਣ ਤੱਕ, ਬਾਦਲ ਜਿਹੜਾ ਪਰਿਵਾਰ ਆ, ਇਹ ਇੱਕ ਏਡਾ ਵੱਡਾ ਮਾਫੀਆ। ਇਹਨਾਂ ਨੇ ਸਿੱਖਾਂ ਦੀ ਮਹਾਨ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਜਾਂ ਜਿਹੜੇ ਸਾਡੇ ਤਖਤ ਸਾਹਿਬਾਨ ਨੇ, ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਕਰ ਲਿਆ। ਇਸ ਪੱਖ 'ਚ ਮੈਂ ਥੋੜਾ ਜਿਹਾ ਦੂਸਰੇ ਪਾਸੇ ਜਾਣਾ ਚਾਹਣਾ। ਕਿਉਂਕਿ ਇਹ ਲੋਕਾਂ ਦੀ ਸਾਂਝ ਉਹ ਹਿੰਦੂਤਵੀ ਤਾਕਤਾਂ ਦੇ ਨਾਲ ਆ
ਜਿਹੜੀਆਂ ਤਾਕਤਾਂ ਸਿੱਖੀ ਲਈ ਸਭ ਤੋਂ ਵੱਡਾ ਖਤਰਾ ਨੇ, ਉਹ ਲੋਕਾਂ ਨਾਲ ਇਹਦੀ ਸਾਂਝ ਆ। ਔਰ ਇਹ ਉਹ ਜਿਹੜਾ ਕੰਮ ਆਪ ਨਹੀਂ ਕਰ ਸਕਦੀਆਂ ਉਹ ਇਹਦੇ ਦੁਆਰਾ ਕਰਾ ਰਹੀਆਂ, ਚਾਹੇ ਉਹ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ, ਜਾਂ ਉਸ ਤੋਂ ਬਾਅਦ ਦੇ ਦੁਖਾਂਤ ਨੇ ਜੋ ਅੱਜ ਤੱਕ ਸਾਡੇ ਨਾਲ ਜ਼ੁਲਮ ਹੋ ਰਿਹਾ। ਬਾਦਲ ਦਾ ਇੱਕ ਨਕਾਤੀ ਪ੍ਰੋਗਰਾਮ ਆ, ਸਿੱਖਾਂ ਨੂੰ ਕੁੱਟੋ, ਸਿੱਖ ਨੌਜਵਾਨਾਂ ਨੂੰ ਮਾਰ ਕੇ ਸਾਡੇ ਨਾਲ ਜਿਹੜੀ ਹਿੰਦੂਤਵੀ ਸੋਚ ਆ ਉਹ ਜੁੜ ਕੇ, ਅਗਰ ਮੇਰੇ ਨਾਲ ਸਿੱਖ ਕੁੱਟ ਕੇ ਮਾਰ ਕੇ ਇਹਨਾਂ ਨੂੰ 1-2% ਵੋਟ 4% ਟੁੱਟ ਵੀ ਜਾਂਦੀ ਆ ਤਾਂ ਮੇਰੇ ਨਾਲ ਉਧਰੋਂ 10-15% ਵੋਟ ਆ ਜਿਹੜੀ ਉਹ ਮੈਨੂੰ ਭੁਗਤਦੀ ਆ। ਅੱਜ ਹਿੰਦੂਤਵ ਦਾ ਸਭ ਤੋਂ ਪਿਆਰਾ ਹਰਮਨ ਨੇਤਾ ਕੌਣ ਆ? ਇਹ ਪ੍ਰਕਾਸ਼ ਸਿੰਘ ਬਾਦਲ ਆ। ਤੋ ਸਾਡੀ ਜਿਹੜੀਆਂ ਸੰਸਥਾਵਾਂ ਦੇ ਮੁਖੀ ਆ ਜਿਹੜਾ ਉਹ ਇਹਨਾਂ ਸੰਸਥਾਵਾਂ ਇਹਨਾਂ ਦੇ ਕਬਜ਼ੇ 'ਚ ਚਲੀਆਂ ਗਈਆਂ, ਜਿੱਥੋਂ ਸਿੱਖ ਭਵਿੱਖ ਨੂੰ, ਸਿੱਖ ਹਿੱਤਾਂ ਲਈ, ਸਿੱਖੀ ਪੰਥਕ ਜਿਹੜੇ ਮੁੱਦੇ ਨੇ ਉਹਨਾਂ ਨੂੰ ਉਭਾਰਨ ਲਈ ਜਿਹੜੀਆਂ ਪਾਲਿਸੀਆਂ ਘੜਨੀਆਂ ਨੇ ਜਾਂ ਪ੍ਰੋਗਰਾਮ ਦੇਣੇ ਆ, ਉਹ ਜਿੱਥੋਂ ਬਣਨੇ ਆ ਉਹ ਸੰਸਥਾਵਾਂ ਇਹਨਾਂ ਦੇ ਕਬਜ਼ੇ 'ਚ ਨੇ। ਇਹ ਆਪਣੇ ਢੰਗ ਨਾਲ ਉਹਨਾਂ ਨੂੰ ਚਲਾਉਂਦੇ ਆ, ਤਾਂ ਸਾਨੂੰ ਗੱਲ ਹੀ ਨਹੀਂ ਕਰਨ ਦਿੰਦੇ। ਅੱਜ ਤੁਸੀਂ ਦੇਖੋ, ਅੱਜ ਸਾਡਾ ਜਕਾਰਾ ਲਾਉਣੇ ਹੋ ਤੁਸੀਂ ਤਾਂ ਤਕਲੀਫ ਹੁੰਦੀ ਆ, ਤੁਸੀਂ ਅੱਜ ਸ੍ਰੀ ਸਾਹਿਬ ਪਾਉਣੀ ਆ ਤਾਂ ਤਕਲੀਫ ਹੁੰਦੀ ਆ। ਤੁਹਾਡਾ ਕੇਸ ਦਾੜਾ ਦੇਖ ਕੇ ਵੀ ਤੁਸੀਂ ਕਿਸੇ ਦਫ਼ਤਰ 'ਚ ਵੜ ਜਾਓ, ਉੱਥੇ ਬੈਠਾ ਜਿਹੜਾ ਸਰਕਾਰੀ ਅਫਸਰ ਉਹ ਤੁਹਾਨੂੰ ਕਿਸੇ ਹੋਰ ਢੰਗ ਨਾਲ ਟਰੀਟ ਕਰਦਾ, ਜੇ ਇੱਕ ਧੋਤੀ ਬੋਦੀ ਵਾਲਾ ਆ ਜੇ ਉਹਨੂੰ ਕਿਸੇ ਦੂਸਰੇ ਢੰਗ ਨਾਲ ਟਰੀਟ ਕਰਦਾ। ਇੱਕ ਦੇਸ਼, ਜਿਸ ਦੇਸ਼ ਨੂੰ ਬਣਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਜਿਸ ਬੰਦਿਆਂ ਨੇ, ਕੌਮ ਨੇ ਕੀਤੀਆਂ ਹੋਣ, ਇਸ ਦੇਸ਼ ਨੂੰ ਬਣਾਉਣ ਦੇ ਵਿੱਚ, ਸਵਾਰਨ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਜਿਨ੍ਹਾਂ ਲੋਕਾਂ ਨੇ ਕੀਤੀਆਂ ਹੋਣ, ਉਹਨਾਂ ਦਾ ਅੱਜ ਇਹ ਹਾਲ ਹੋਵੇ ਤਾਂ ਹਾਲ ਸਾਡਾ ਸਵਾਰਨਾ ਕਿੰਨੇ ਸੀ? ਸਾਡੇ ਆਗੂਆਂ ਨੇ ਸਵਾਰਨਾ ਸੀ ਨਾ। ਤਾਂ ਇੱਕ ਆਗੂ ਪੈਦਾ ਹੋਇਆ ਸੀ ਕੌਮ ਦੇ ਵਿੱਚ, ਸੱਚਾ ਸੁੱਚਾ, ਕਲਗੀਧਰ ਦਸ਼ਮੇਸ਼ ਪਿਤਾ ਨੇ ਜਿਹੜਾ ਖਾਲਸਾ ਸਾਜਿਆ ਸੀ, ਸੰਤ ਤੇ ਸਿਪਾਹੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਉਸ ਸਮੇਂ ਤੁਸੀਂ ਦੇਖੋ ਭਾਰਤ ਸਟੇਟ ਔਰ ਇੰਟਰਨੈਸ਼ਨਲ ਲੈਵਲ ਤੇ ਸਾਡੀ ਗੱਲ ਚੱਲੀ ਔਰ ਸਾਡੀ ਗੱਲ ਸੁਣੀ ਜਾਂਦੀ ਸੀ, ਪਰ ਗੱਲ ਕਰਨ ਵਾਲੇ ਟੇਬਲ ਤੇ ਕੌਣ ਸੀਗੇ? ਉਹ ਫਿਰ ਇਹ ਲੋਕ ਸੀਗੇ। ਜਦੋਂ ਇਹਨਾਂ ਨੇ ਦੇਖਿਆ ਕਿ ਅਸੀਂ ਹੁਣ ਇਹ ਸਾਡੇ ਹੱਥੋਂ ਤਾਂ ਨਿਕਲ ਰਿਹਾ ਸਿਸਟਮ ਸਾਰਾ, ਉਸ ਪਾਲੇ 'ਚ ਜਾ ਰਹੀ ਆ ਗੱਲ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਪਸਾਰ ਸੀ ਔਰ ਸਿੱਖੀ ਦੇ ਵਾਧਾ ਹੋ ਰਿਹਾ ਸੀ, ਜਿਹੜਾ ਨੌਜਵਾਨ ਦਾੜਾ ਕੇਸ, ਇੱਕ ਨਕਸਲਵਾੜੀ ਲਹਿਰ ਉਦੋਂ ਬੜੇ ਜ਼ੋਰਾਂ ਤੇ ਸੀ ਪਹਿਲਾਂ ਸੰਤਾਂ ਤੋਂ, ਕਿਉਂਕਿ ਮੁੱਦੇ ਬੜੇ ਆ, ਸਮਾਂ ਘੱਟ ਆ, ਮੈਂ ਇਸ ਕਰਕੇ ਪੁਆਇੰਟ ਲੈ ਰਿਹਾ ਵਿੱਚੋਂ। ਮੈਨੂੰ ਯਾਦ ਆ ਕਿ ਮੈਂ ਕਾਲਜ 'ਚ ਪੜ੍ਹਦਾ ਸੀ, ਇੰਜੀਨੀਅਰਿੰਗ ਕਾਲਜ 'ਚ, ਉਹ ਮੁੰਡਿਆਂ ਨੇ ਬੀੜੀ ਸਿਗਰਟ ਲਿਆਉਣੀ, ਦਾੜੀ ਕੇਸ ਵਾਲੇ ਨੂੰ ਮਾੜਾ ਜਿਹਾ ਨਾਲ ਲਾਉਣਾ, ਉਹਨੂੰ ਯਾਰੀ ਦਾ ਵਾਸਤਾ ਪਾਉਣਾ, ਮੂੰਹ ਨੂੰ ਮਾੜੀ ਜਿਹੀ ਲੱਗੀ ਉਹ ਫਿਰ ਸਾਡੇ ਕੇਸ ਵੀ ਕਤਲ ਹੋਣਗੇ, ਦਾੜਾ ਵੀ ਸਾਡਾ ਜਾਊਗਾ। ਉਹ ਸਮਾਂ ਸੀ ਇੱਕ ਪਹਿਲਾਂ ਬਣਿਆ, ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਸੱਚੇ ਹਿਰਦੇ ਦੇ ਨਾਲ ਸੱਚੇ ਸੁੱਚੇ ਪ੍ਰੋਗਰਾਮ ਦਿੱਤੇ ਔਰ ਉਹਨਾਂ ਤੇ ਅਮਲ ਕਰਨ ਲਈ ਕਿਹਾ ਲੀਡਰਾਂ ਨੂੰ, ਤਾਂ ਉਸ ਸਮੇਂ ਜਿਹੜਾ ਨੌਜਵਾਨ ਸੀ ਉਹਨੇ ਦੇਖਿਆ ਕਿ ਅੱਜ ਸਾਡੇ ਆਗੂ ਸਾਨੂੰ ਮਿਲਿਆ, ਸਾਨੂੰ ਆਗੂ। ਨੌਜਵਾਨੀ ਨੇ ਵੀ ਮਹਿਸੂਸ ਕੀਤਾ, ਨੌਜਵਾਨ ਫੈਡਰੇਸ਼ਨ ਦੇ ਨਾਲ ਜੁੜੇ, ਕਾਲਜਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੈਂ ਕਹਿੰਦਾ ਆਇਆ, ਜਿਵੇਂ ਆਪਾਂ ਤੂਫਾਨ ਕਹਿ ਸਕਦੇ ਹਾਂ, ਮੋਹ ਉੱਠਿਆ ਇੱਕ ਨੌਜਵਾਨਾਂ ਦੇ ਵਿੱਚ ਕਿ ਨੌਜਵਾਨ ਧੜਾ ਧੜ ਕੇਸ ਦਾੜੀਆਂ ਰੱਖਣ ਲੱਗੇ, ਫੈਡਰੇਸ਼ਨ ਦੇ ਮੈਂਬਰ ਬਣੇ, ਹਰ ਕਾਲਜ ਦੇ ਵਿੱਚ ਫੈਡਰੇਸ਼ਨ ਦੇ ਯੂਨਿਟ ਬਣੇ ਔਰ ਫੈਡਰੇਸ਼ਨ ਦਾ ਇੱਕ ਐਡਾ ਵੱਡਾ ਜਾਹੋ ਜਲਾਲ ਹੋ ਗਿਆ ਪੰਜਾਬ ਦੇ ਵਿੱਚ ਕਿ ਇੱਕ ਸਮਾਂ ਇਹੋ ਜਿਹਾ ਬਣ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਰਕਾਰ ਬਣਾਉਣ ਦੇ ਸਮਰੱਥ ਹੋ ਗਈ। ਪਰ ਫਿਰ ਉਹੀ ਟੋਲਾ ਜਿਹੜਾ ਇਹ ਬਾਦਲ ਮਾਫੀਆ, ਇਹ ਲੋਕਾਂ ਨੇ ਦੇਖਿਆ ਕਿ ਕਿਉਂਕਿ ਯੂਥ ਆ ਨਾ, ਜਿਹੜਾ ਜਵਾਨੀ ਆ, ਨੌਜਵਾਨ ਤਬਕਾ, ਇਹੀ ਹਰ ਬਦਲਾਅ ਲਿਆਉਂਦਾ। ਜਦੋਂ ਵੀ ਕਿਤੇ ਸਮਾਜ ਦੇ ਵਿੱਚ ਇਹ ਐਕਟਿਵ ਹੋ ਜਾਏ ਨਾ, ਉਦੋਂ ਬਦਲਾਅ ਆਉਂਦਾ। ਸਮਝੋ ਵੀ ਹੁਣ ਬਦਲਾਅ ਆਊ ਜਦੋਂ ਯੂਥ ਐਕਟਿਵ ਹੁੰਦਾ, ਨਹੀਂ ਤਾਂ ਜਿਹੜੇ ਬੁੱਢੇ ਠੇਰੇ ਮਨੁੱਖ ਆ ਉਹਨਾਂ ਨੇ ਤਾਂ ਸਿਰਫ ਗੱਲ ਹੀ ਕਰ ਲੈਣੀ ਆ, ਜਾਂ ਸਟੇਜਾਂ ਤੋਂ ਬੋਲ ਲੈਣਗੇ, ਪ੍ਰੋਗਰਾਮ ਦੇ ਦੇਣਗੇ ਕੋਈ, ਲੇਕਿਨ ਇੰਪਲੀਮੈਂਟ ਨਹੀਂ ਕਰ ਸਕਦੇ। ਇੰਪਲੀਮੈਂਟ ਕਰਨਾ ਯੂਥ ਨੇ
ਔਰ ਉਸ ਯੂਥ ਨੂੰ ਇਹਨਾਂ ਨੇ ਤੋੜਨ ਵਾਸਤੇ ਫਿਰ ਆਪਣੇ ਹੱਥ ਕੰਡੇ ਵਰਤੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਪਾਬੰਦੀ ਵੀ ਲੱਗੀ, ਕਾਲਜਾਂ ਦੇ ਵਿੱਚ ਇਹਨਾਂ ਦੇ ਬੈਨ ਹੋ ਗਿਆ। ਜਿਹੜੇ ਕੋਈ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜੇ ਸੀ ਸਟੂਡੈਂਟ, ਉਹਨਾਂ ਨੂੰ ਕਾਲਜਾਂ ਦੇ ਵਿੱਚੋਂ ਰੈਸਟੀਗੇਟ ਕੀਤਾ ਜਾਣ ਲੱਗਿਆ। ਉਹਨਾਂ ਨੂੰ ਕੋਈ ਨਾ ਕੋਈ ਇਲਜ਼ਾਮ ਲਾ ਕੇ ਕਾਲਜਾਂ ਦੇ ਵਿੱਚੋਂ ਕੱਢਿਆ ਜਾਂਦਾ ਸੀ। ਜੇ ਕੋਈ ਅੜੀ ਕਰਦੇ ਸੀ ਤਾਂ ਕੋਈ ਨਾ ਕੋਈ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ। ਉਹ ਕਾਰਨ ਬਣਿਆ ਕਿ ਸਾਡੇ ਜਿਹੜੇ ਫੈਡਰੇਸ਼ਨ ਦੇ ਕਾਲਜਾਂ ਦੇ ਵਿੱਚੋਂ ਹੌਲੀ ਹੌਲੀ ਯੂਨਿਟ ਆ ਜਿਹੜੇ ਉਹ ਖਤਮ ਹੁੰਦੇ ਗਏ। ਤੇ ਸਰਕਾਰਾਂ ਨੇ ਵੀ ਅੱਜ ਵੀ ਆ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਹੋ ਰਹੀ, ਸਟੂਡੈਂਟਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਉਹ ਸਰਕਾਰ ਵੱਲੋਂ ਬੈਨ ਆ। ਤੋਂ ਇਹ ਕਾਰਨ ਬਣੇ ਫੈਡਰੇਸ਼ਨ ਦੇ ਜਿਹੜੇ ਕਾਲਜਾਂ ਦੇ ਵਿੱਚ ਨਾ ਯੂਨਿਟ ਬਣਨ ਦੇ। ਤਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਸਿੱਖ ਸੰਸਥਾਵਾਂ ਦੀ, ਇਹਨਾਂ ਸੰਸਥਾਵਾਂ ਨੇ ਜਿਹੜੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੁੱਦੇ ਉਭਾਰੇ ਸੀ, ਪੰਜਾਬ ਦੇ ਮੁੱਦੇ, ਪੰਜਾਬ ਦੀਆਂ ਮੰਗਾਂ, ਜਿਹੜੇ ਪੰਜਾਬ ਦੇ ਹੱਕ ਸੀਗੇ, ਉਹਦੇ ਵਿੱਚ ਨਾਲ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਉਹ ਇਹਨਾਂ ਲੋਕਾਂ ਨੇ ਉਹ ਸੋਚ ਜਿਹੜੀ 84 ਤੋਂ ਬਾਅਦ ਇੱਕ ਪਲੇਟਫਾਰਮ ਤੇ ਇਕੱਠੀ ਹੋ ਗਈ ਸੀ, ਸਾਡੀ ਜਿਹੜੀ ਉਹ ਸੰਤਾਂ ਦੀ ਜਿਹੜੀ ਪ੍ਰੋਗਰਾਮ ਦਿੱਤੇ ਸੀ, ਉਹ ਬਦਲਾਅ ਹੁਣ ਉਦੋਂ ਦੀ ਉਸ ਤੋਂ ਬਾਅਦ ਵਾਲੀ ਲੀਡਰਸ਼ਿਪ ਨੇ ਲਿਆਉਣਾ ਸੀ ਨਾ। ਉਹ ਸੋਚ ਨੂੰ ਅੱਗੇ ਹੋਰ ਐਗਰੈਸਿਵ ਹੋ ਕੇ ਆਪਾਂ ਲੜਾਈ ਲੜਦੇ ਕਿ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਸਾਡਾ ਇੰਨਾ ਨੌਜਵਾਨ ਮਾਰਿਆ ਗਿਆ, ਸਾਡੇ ਜਰਨੈਲ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ਹੀਦ ਕਰਤੇ, ਅਮਰੀਕ ਸਿੰਘ ਜੀ ਸ਼ਹੀਦ ਕਰਤੇ, ਬਾਬਾ ਠਾਰਾ ਸਿੰਘ ਜੀ, ਉਹ ਜਿਹੜੇ ਜਰਨਲ ਸ਼ਬੇਗ ਸਿੰਘ ਜੀ, ਅਨੇਕਾਂ ਸਿੰਘ ਜਿਹੜੇ ਸਾਡੇ ਅੰਦਰ ਸ਼ਹੀਦ ਹੋ ਗਏ, ਸੰਗਤ ਬੇਅੰਤ ਸੰਗਤਾਂ ਸ਼ਹੀਦ ਕਰਤੀਆਂ। ਲੇਕਿਨ ਇਹ ਲੀਡਰ ਸੀ ਜਿਹੜੇ, ਇਹ ਲੀਡਰਾਂ ਨੇ ਹੱਥ ਖੜੇ ਕਰਕੇ ਬਾਹਰ ਆ ਗਏ, ਕਿਉਂਕਿ ਇਹਨਾਂ ਦੀਆਂ ਕਮਿਟਮੈਂਟਾਂ ਸੀ ਸਰਕਾਰ ਦੇ ਨਾਲ ਕਿ ਇਹਨਾਂ ਨੂੰ ਤੁਸੀਂ ਮਾਰ ਦਿਓ, ਅਸੀਂ ਤੁਹਾਡੇ ਨਾਲ ਆ। ਜਦੋਂ ਸਰਕਾਰ ਨਾਲ ਤਾਲਮੇਲ ਇੱਕ ਹੋ ਗਏ, ਉਹ ਕਾਰਨ ਬਣੇ ਸਾਡੇ ਕਿ ਸਾਡੀ ਜਿਹੜੀ ਸਿਖਰਾਂ ਤੇ ਗਈ ਮੂਵਮੈਂਟ ਆ ਉਹ ਜ਼ਮੀਨ ਤੇ ਡਿੱਗ ਗਈ। ਕੁਛ ਉਹਦੇ ਵਿੱਚ ਰੋਲ ਜਿਹੜੇ ਵਿਕਾਊ ਯੂਥ ਦੇ ਬੰਦੇ ਸੀਗੇ, ਜਿਹੜੇ ਫੈਡਰੇਸ਼ਨ ਦੇ ਪਲੇਟਫਾਰਮ ਤੇ ਸੀਗੇ, ਕੁਛ ਸਿਆਸੀ ਲਾਲਚਾਂ ਦੇ ਵਿੱਚ ਪੈ ਗਏ, ਕੁਛ ਲੋਕਾਂ ਨੂੰ ਬਾਹਰ ਜਿਹੜਾ ਜਾਣ ਜੂਣ ਦਾ ਸਬੱਬ ਬਣ ਗਿਆ ਵੀ ਆਪਾਂ ਵਿਦੇਸ਼ਾਂ 'ਚ ਉਹ ਚਲੇ ਗਏ, ਜਿਨ੍ਹਾਂ ਨੂੰ ਇੱਥੇ ਪੁਲਿਸ ਤੰਗ ਕਰਦੀ ਸੀ ਉਹ ਵਿਦੇਸ਼ਾਂ 'ਚ ਚਲੇ ਗਏ। ਤੋਂ ਸਾਡੀ ਮੂਵਮੈਂਟ ਨੂੰ ਕਈ ਪਾਸਿਆਂ ਤੋਂ ਢਾਹ ਲੱਗੀ। ਅੱਜ ਵੀ ਜਿਹੜੇ ਅੱਜ ਦਾਅਵੇ ਕਰਦੇ ਆ, ਵੱਡੇ ਵੱਡੇ ਦਾਅਵੇ ਕਰਦੇ ਆ, ਸੰਤਾਂ ਦੇ ਨਾਲ ਗੱਲ ਕਰਨ ਰਹਿਣ ਦੇ ਜਾਂ ਹੋਰ ਵੀ ਗੱਲਾਂ ਕਰਦੇ ਨੇ, ਉਸ ਵਿਚਾਰਧਾਰਾ ਦੀਆਂ ਗੱਲਾਂ ਕਰਦੇ ਜਦੋਂ ਉਹਨਾਂ ਸਮਾਗਮਾਂ 'ਚ ਜਾਂਦੇ ਆ। ਲੇਕਿਨ ਉਸ ਸਮੇਂ ਉਹ ਲੋਕਾਂ ਨੇ ਵੱਡਾ ਧੋਖਾ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ, ਕਿ ਉਹ ਜਿਹੜੇ ਮਨੋਰਥ ਨੂੰ ਲੈ ਕੇ ਉੱਥੇ ਜੁੜੇ ਸੀਗੇ ਉਸ ਮੂਵਮੈਂਟ ਦੇ ਵਿੱਚ, ਉੱਥੋਂ ਉਹ ਭਗੌੜੇ ਨੇ। ਜਿਹੜੀ ਮੈਂ ਗੱਲ ਕਹਾਂਗਾ ਕਿ ਉਹ ਉਸ ਮੂਵਮੈਂਟ ਤੋਂ ਭਗੌੜੇ ਨੇ। ਅੱਜ ਸਾਨੂੰ ਜੱਗ ਜ਼ਾਹਰ ਹੋ ਰਹੀਆਂ ਇਹ ਗੱਲਾਂ ਕਿ ਅੱਜ ਇਹ ਜਿਹੜੀ ਹਿੰਦੂ ਤਵੀ ਸੋਚ ਆ, ਭਗਵਾਂ ਜਿਹੜਾ ਅੱਤਵਾਦ ਆ, ਕਿ ਇਹਨੇ ਉਹ ਕਿਵੇਂ ਬੰਦੇ ਸਾਡੇ ਅੰਦਰ ਫਿੱਟ ਕੀਤੇ ਸੀ, ਪ੍ਰੋਜੈਕਟ ਕੀਤੇ ਸੀ। ਅੱਜ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਫੈਡਰੇਸ਼ਨ ਦੇ ਜਿਹੜੇ ਪਲੇਟਫਾਰਮ ਤੇ ਰਹੇ ਆ ਉਹ RSS ਜਾਂ BJP ਦੀਆਂ ਵਿੱਚ ਸ਼ਾਮਲ ਹੋ ਰਹੇ ਆ। ਵੱਡੇ ਵੱਡੇ ਸਾਡੇ ਜਿਹੜੇ ਖਾਲਿਸਤਾਨ ਦੇ ਦਾਅਵੇ ਕਰਦੇ ਸੀ ਵੱਡੇ ਵੱਡੇ, ਉਹ ਅੱਜ ਇਹਨਾਂ ਨਾਲ ਜਿਹੜੀਆਂ ਕੇਂਦਰ ਤੇ ਹਾਕਮ ਜਮਾਤ ਆ ਕੇਂਦਰ ਦੀ, ਉਹਦੇ ਨਾਲ ਸਾਂਝਾਂ ਪਾ ਕੇ ਅੱਜ ਸਰਕਾਰ ਦੀ ਸਰਪ੍ਰਸਤੀ ਹੇਠ ਹਿੰਦੁਸਤਾਨ ਇੰਡੀਆ ਜਿਹੜਾ ਭਾਰਤ ਆ ਉਹ ਹਿੰਦੂ ਤਵੀਆਂ ਦੀ ਸ਼ਰਨ 'ਚ ਆ ਕੇ ਇੱਥੇ ਰਹਿ ਰੂ ਕੇ ਗਏ ਨੇ। ਬੜਾ ਕੁਝ ਹੋਇਆ। ਕੁਰਸੀ ਦੇ ਲਾਲਚਾਂ ਨੇ ਜਿਹੜੇ ਪੰਜਾਬ ਦੇ ਮਸਲੇ ਸੀ ਉਹ ਮਿੱਟੀ ਦੇ ਵਿੱਚ ਰੋਲ ਕੇ ਰੱਖ। ਪੰਜਾਬ ਦੇ ਮਸਲੇ ਰੋਲ ਤੇ ਸਾਡੀ ਪੰਜਾਬ ਦੀ ਜਿਹੜੀ ਨੌਜਵਾਨੀ ਸੀਗੀ, ਹਜ਼ਾਰਾਂ ਨੌਜਵਾਨ ਸਾਡਾ ਸ਼ਹੀਦ ਹੋ ਗਿਆ। ਸਾਨੂੰ ਤਾਂ ਰੋਣ ਆਉਂਦਾ, ਅੱਖਾਂ 'ਚੋਂ ਅੱਥਰੂ ਨਿਕਲਦੇ ਆ ਕਿ ਜਦੋਂ ਅਸੀਂ ਉਹ ਸਮਾਂ ਯਾਦ ਕਰਦੇ ਹਾਂ। ਭੈਣਾਂ ਦੇ ਵੀਰਾਂ ਨੂੰ ਮਰਵਾਇਆ ਇਹਨਾਂ ਨੇ, ਮਾਵਾਂ ਦੇ ਪੁੱਤਾਂ ਨੂੰ ਮਰਵਾਇਆ ਇਹਨਾਂ ਨੇ, ਜੋ ਥਾਣਿਆਂ ਦੇ ਵਿੱਚ ਬੇਪਤੀ ਹੋਈ ਸਾਡੇ ਲੋਕਾਂ ਦੀ, ਕਿਹੜੇ ਮੂੰਹ ਨਾਲ ਅੱਜ ਇਹ ਗੱਲਾਂ ਕਰਦੇ ਆ? ਅੱਜ ਇਹ ਵੱਡੇ ਵੱਡੇ ਲੈ ਕੇ ਚਿਹਰੇ ਮੋਹਰੇ, ਸਿੱਖੀ ਚਿਹਰੇ ਮੋਹਰੇ ਲੈ ਕੇ ਚੈਨਲਾਂ ਤੇ ਬਹਿ ਕੇ ਡਿਬੇਟਾਂ ਕਰਦੇ ਨੇ। ਅਸੀਂ ਪੰਥ ਦੇ ਵੱਡੇ ਹਿਤੈਸ਼ੀ ਆ। ਉਹ ਬੇਸ਼ਰਮੋ, ਤੁਸੀਂ ਸ਼ਰਮ ਕਰੋ ਕੁਛ ਨਾ ਕੁਛ। ਤੁਹਾਨੂੰ ਉਹਨਾਂ ਲੋਕਾਂ ਦੀ ਚੇਤਾ ਨਹੀਂ ਆਉਂਦਾ? ਉਹਨਾਂ ਸ਼ਹੀਦ ਪਰਿਵਾਰਾਂ ਦੀਆਂ ਘਰ ਦੀਆਂ ਵਿਧਵਾਵਾਂ, ਉਹਨਾਂ ਦੀਆਂ ਭੈਣਾਂ, ਉਹਨਾਂ ਦੀਆਂ ਮਾਵਾਂ ਅੱਜ ਕਿਹੜੇ ਹਾਲਾਤਾਂ 'ਚ ਫਿਰਦੀਆਂ? ਅੱਜ ਉਹਨਾਂ ਲੋਕਾਂ ਨੂੰ
ਜਦੋਂ ਕਿਹੜੀ ਨਿਗਾਹ ਨਾਲ ਦੇਖਿਆ ਜਾਂਦਾ ਜਦੋਂ ਸਾਡੇ ਕੋਲ ਕੋਈ ਕੁਛ ਨਾ ਕੁਛ ਆਪਦੀ ਮਦਦ ਲੈਣ ਲਈ ਆਉਂਦੀਆਂ। ਇਹ ਲੋਕ ਅੱਜ ਗੱਲਾਂ ਕਰਦੇ ਨੇ, ਕਹਿੰਦੇ ਅਸੀਂ ਉਸ ਸੰਘਰਸ਼ ਚੋਂ ਨਿਕਲੇ ਆ। ਕਿਹੜੇ ਸੰਘਰਸ਼ ਚੋਂ ਤੁਸੀਂ ਨਿਕਲੇ ਹੋ? ਕਿਹੜੀ ਗੱਲ ਅੱਜ ਸੰਘਰਸ਼ ਦੀ ਕਿਹੜੀ ਗੱਲ ਕੀਤੀ? ਕਿੱਥੇ ਤੁਹਾਡੇ ਉਹ ਪਾਣੀ ਜਿਹੜੇ ਜਿਨ੍ਹਾਂ ਵਾਸਤੇ ਮੋਰਚੇ ਲੱਗੇ ਸੀ? ਕਿੱਥੇ ਪੰਜਾਬ ਦੀਆਂ ਉਹ ਮੰਗਾਂ ਜਿਹੜੀਆਂ ਪੰਜਾਬੀ ਬੋਲਦੇ ਇਲਾਕੇ ਲੈਣੇ ਸੀ ਆਪਾਂ? ਕਿੱਥੇ ਆ ਸਾਡੀ ਸਟੇਟ ਦੀ ਖੁਦ ਮੁਖਤਿਆਰੀ? ਕਿੱਥੇ ਆ ਉਹ ਅੱਜ? ਤੁਸੀਂ ਗੱਲ ਕਰਦੇ ਹੋ ਅਸੀਂ ਸੰਘਰਸ਼ਾਂ ਚੋਂ ਨਿਕਲੇ ਆ। ਤੁਸੀਂ 10-15 ਸਾਲ ਇਸ ਬਾਦਲ ਟੋਲੇ ਦੇ ਨਾਲ ਰਾਜ ਭਾਗ ਮਾਣੇ ਆ ਤੁਸੀਂ ਲੋਕਾਂ ਨੇ। ਤੁਸੀਂ ਜਵਾਬ ਦਿਓ। ਤੁਸੀਂ ਉਹ ਮੰਗਾਂ ਕਿੱਦਣ ਤੁਸੀਂ ਚੈਨਲਾਂ ਤੇ ਬੋਲੇ ਹੋ ਕਿ ਬਾਦਲ ਸਾਹਿਬ ਆ ਸਾਡੀਆਂ ਜਿਹੜੇ ਪੰਜਾਬ ਦੇ ਲਈ ਤੁਸੀਂ ਮੋਰਚੇ ਲਾਏ ਸੀ, ਜਿਹਦੇ ਵਿੱਚ ਸਾਡਾ ਸਰੂਪ ਜਿਹੜੀਆਂ ਦਾੜੀਆਂ ਕੇਸਾਂ ਵਾਲੇ ਯੂਥ ਸੀ, ਨੌਜਵਾਨ ਸੀ, ਜਿਨ੍ਹਾਂ ਦੀਆਂ ਮਾਵਾਂ ਭੈਣਾਂ ਦੀ ਬੇਪਤੀ ਕੀਤੀ ਇਸ ਸਰਕਾਰਾਂ ਨੇ, ਜ਼ੁਲਮ ਕੀਤੇ ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਨੂੰ ਕੋ ਕੇ ਮਾਰਿਆ ਗਿਆ, ਉਹਨਾਂ ਦੇ ਲਈ ਇਸ ਲਾਣੇ ਨਾਲ ਕਦੇ ਗੱਲ ਕੀਤੀ ਕਿ ਤੁਸੀਂ ਅੱਜ ਤਾਕਤ ਚੋਂ ਤੁਸੀਂ ਉਹਨਾਂ ਪਰਿਵਾਰਾਂ ਲਈ ਕੁਝ ਕਰੋ? ਕੀ ਅੱਜ ਸ਼ਹੀਦ ਪਰਿਵਾਰਾਂ ਲਈ ਇਹਨਾਂ ਲੋਕਾਂ ਨੇ ਕੁਝ ਕੀਤਾ? ਜਿਹੜਾ ਸ਼ਹੀਦਾਂ ਦੀਆਂ ਬਰਸੀਆਂ ਤੇ ਜਾ ਕੇ ਨਾਅਰੇ ਦਿੱਤੇ ਜਾਂਦੇ ਸੀ, ਜਿਹਨਾਂ ਸ਼ਹੀਦਾਂ ਦੀ ਬਰਸੀਆਂ ਜਾ ਕੇ ਕਿਹਾ ਜਾਂਦਾ ਸੀ ਕਿ ਅਸੀਂ ਨਾਲ ਆ। ਹਾਂ, ਇਹੀ ਜਿਹੜਾ ਬਾਦਲ ਆ ਧਰਮੀ ਫੌਜੀਆਂ ਲਈ ਕੀ ਕੀਤਾ ਇਹਨਾਂ ਲੋਕਾਂ ਨੇ? ਉੱਥੇ ਜਾ ਕੇ ਚੰਡੀਗੜ੍ਹੋਂ ਬਿਆਨ ਦੇ ਦਿੱਤਾ ਵੀ ਤੁਸੀਂ ਬੈਰਕਾਂ ਛੱਡ ਦਿਓ। ਉਹ ਤਾਂ ਛੱਡ ਕੇ ਆ ਗਏ। ਆਪਾਂ ਕੀ ਕੀਤਾ? ਆ ਬੀਬੀ ਜਸਵੰਤ ਕੌਰ ਖਾਲੜਾ ਨੇ ਪਿੱਛੇ ਜੇ ਉਹ ਲੜੀ ਇਲੈਕਸ਼ਨ, ਆ ਸਾਡੇ ਪੰਜਾਬ ਦੀ ਧਰਤੀ ਤੋਂ ਹਾਰੀ। ਲਾਹਨਤ ਤਾਂ ਸਾਡੇ ਲੋਕਾਂ ਲਈ। ਔਰ ਮੈਂ ਖਾਸ ਕਰਕੇ ਕਹੂੰ ਜਿਹੜੇ ਇਲਾਕੇ 'ਚ ਖੜੀ ਹੋ ਤਰਨਤਾਰਨ ਵਾਲੇ 'ਚ, ਮਰ ਜਾਓ ਇਸ ਕੰਮ ਨਾਲੋਂ। ਸੰਘਰਸ਼ ਦਾ ਗੜ ਮਾਝਾ ਇਲਾਕਾ ਫਿਰ ਉਹ ਜਗ੍ਹਾ ਜਿੱਥੇ ਦਾ ਸੀਗਾ ਉਸ ਬੰਦੇ ਨੇ 25,000 ਨੌਜਵਾਨ ਲੱਭਦਾ ਲਾਸ਼ਾਂ ਦੀ ਖਾਤਰ ਉਹ ਬੰਦਾ ਆਪ ਲਾਸ਼ ਬਣ ਗਿਆ। ਕੀ ਆ ਉਹਦੀ ਘਰ ਦੀ ਇਹਦੇ ਕੋਲ ਗਈ ਬਾਦਲ ਕੋਲੇ ਵੀ ਇਹਦੀ ਕੋਈ ਕੁਛ ਨਾ ਕੁਛ ਇਹਨੂੰ ਮਦਦ ਹੋ ਜਾਊਗੀ ਉਹਦੀ। ਇਹ ਬੰਦਿਆਂ ਨੇ ਜੋ ਗੱਲਾਂ ਸਾਨੂੰ ਸ਼ਰਮ ਆਉਂਦੀ ਗੱਲ ਕਰਨ ਲੱਗਿਆ ਨੂੰ, ਔਰ ਸ਼ਰਮ ਆਉਂਦੀ ਉਹਨਾਂ ਲੀਡਰਾਂ ਤੇ ਜਿਹੜੇ ਅੱਜ ਇਸ ਬੰਦਿਆਂ ਦੇ ਨਾਲ ਬੈਠ ਕੇ ਸਾਨੂੰ ਇਹ ਗੱਲਾਂ ਦੱਸਦੇ ਆ ਕਿ ਅਸੀਂ ਸੰਘਰਸ਼ ਦੇ ਨਾਲ ਜੁੜੇ ਰਹੇ ਹਾਂ। ਲਾਹਨਤ ਆ ਤੁਹਾਡੀ ਇਹੋ ਜਿਹੇ ਸੰਘਰਸ਼ ਦੇ ਨਾਲ ਜੁੜੇ ਰਹਿਣ ਵਾਲਿਆਂ ਲਈ। ਕੀ ਫਾਇਦਾ? ਕੀ ਖੱਟ ਕੇ ਕੀ ਦਿੱਤਾ ਤੁਸੀਂ ਸਾਨੂੰ? ਔਰ ਸੰਘਰਸ਼ ਮੈਂ ਇੱਕ ਗੱਲ ਕਰੂੰਗਾ, ਇਹ ਗੱਲ ਕਰਦੇ ਅੱਜ ਇਹ ਗੱਲਾਂ ਕਰਦੇ ਆ ਅਸੀਂ ਜਿਹੜਾ ਇਹਦੇ ਨਾਲ ਲੋਕਤੰਤਰ ਸਭ ਤੋਂ ਵਧੀਆ, ਲੋਕਤੰਤਰ 'ਚ ਤੁਸੀਂ ਆਪਣੇ ਹੱਕ ਲੈ ਹੀ ਨਹੀਂ ਸਕਦੇ। ਅੱਜ ਲੋਕਤੰਤਰ ਕਿੱਥੇ ਆ? ਲੋਕਤੰਤਰ ਅੱਜ ਮੋਬਤੰਤਰ ਚੱਲਦਾ ਪਿਆ। ਮੋਬਤੰਤਰ ਜਿੱਥੇ ਗੱਲ ਹੋਊਗੀ, ਜੇ ਉਹਨਾਂ ਨੇ ਪਹਿਲਾਂ ਸਾਡਾ ਹਊਆ ਬਣਾਇਆ ਸਿੱਖਾਂ ਦਾ ਨੂੰ ਤੋਂ ਡਰਾਇਆ ਹਿੰਦੂਆਂ ਨੂੰ ਤੇ ਵੋਟਾਂ ਲਈਆਂ। ਵੋਟਾਂ ਹਿੰਦੂ ਨੇ ਪਾਈਆਂ। ਸਾਨੂੰ 84 ਦੇ ਵਿੱਚ ਜੂਨ 84 ਸਾਡੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ। ਨਵੰਬਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਦਿੱਲੀ, ਬੋਕਾਰੋ, ਕਾਨਪੁਰ ਵਗੈਰਾ ਹੋਰ ਜਿੱਥੇ ਭਾਰਤੀ ਸਟੇਟਾਂ ਦੇ ਵਿੱਚ। ਤਾਂ ਇਹ ਉਦੋਂ ਵੋਟਾਂ ਕੌਣ ਪਾ ਕੇ ਰਾਜੀਵ ਗਾਂਧੀ ਨੂੰ ਫਿਰ ਲਿਆਉਂਦਾ? ਸਾਡੇ ਮਨ ਨੂੰ ਸ਼ਾਂਤੀ ਹੁੰਦੀ ਇਸ ਦੇਸ਼ ਦੀ ਜਿਹੜੀ ਬਹੁ ਗਿਣਤੀ ਆ, ਉਦੋਂ ਉਸ ਬੰਦੇ ਨੂੰ ਹਰਾਉਂਦੀ ਬੁਰੀ ਤਰ੍ਹਾਂ ਨਾਲ। ਫਿਰ ਅਸੀਂ ਮੰਨਦੇ ਕਿ ਅੱਜ ਲੋਕਤੰਤਰ ਆ ਇੱਥੇ, ਕਿ ਲੋਕ ਸਾਡੇ ਨਾਲ ਨੇ। ਸਾਡੇ ਨਾਲ ਏਡਾ ਵੱਡਾ ਇਸ ਸਮੇਂ ਧੱਕਾ ਹੋਇਆ ਕਿ ਸਾਡੇ ਲੋਕਾਂ ਦੇ ਇੰਨੇ ਜ਼ੁਲਮ ਕੀਤੇ ਇਹਨਾਂ ਲੋਕਾਂ ਨੇ ਕਿ ਲੋਕ ਸਾਡੇ ਨਾਲ ਆ ਹੁੰਦਾ ਲੋਕਤੰਤਰ। ਲੇਕਿਨ ਇੱਥੇ ਲੋਕਤੰਤਰ ਨਹੀਂ, ਇੱਥੇ ਮੋਬਤੰਤਰ ਆ। ਬਹੁ ਗਿਣਤੀ ਨੇ ਉਸ ਬੰਦੇ ਨੂੰ ਵੋਟਾਂ ਪਾਈਆਂ, ਰਾਜੀਵ ਗਾਂਧੀ ਨੂੰ, ਕਾਂਗਰਸ ਨੂੰ ਵੋਟਾਂ ਪਾਈਆਂ। ਔਰ ਸਭ ਤੋਂ ਵੱਧ ਵੋਟਾਂ ਦੇ ਨਾਲ ਉਸ ਸਮੇਂ ਸਭ ਤੋਂ ਵੱਧ ਐਮਪੀ ਲੈ ਕੇ 400 ਤੋਂ ਉੱਪਰ ਐਮਪੀ ਲੈ ਕੇ ਉਹ ਵੱਡੀ ਬਹੁ ਗਿਣਤੀ ਦੇ ਨਾਲ ਰਾਜ ਭਾਗ ਦਾ ਵਾਰਸ ਬਣਿਆ। ਅੱਜ ਇਹ ਗੱਲ ਕਰਦੇ ਹਾਂ ਅਸੀਂ ਵੀ ਇੱਥੇ ਲੋਕਤੰਤਰ ਆ ਕਿਸਾਨ ਬੈਠੇ ਆ ਸਾਡੇ 9 ਮਹੀਨੇ ਹੋ ਗਏ, ਤੁਹਾਡੇ ਨਾਲ ਗੱਲ ਨਹੀਂ ਕਰਦੇ। ਅਗਲੇ ਲੈ ਲਓ ਹੱਕ ਔਰ ਇਹ ਵਾਪਸ ਆਉਣਗੇ। ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਉਹੀ ਸਮਾਂ ਫੇਰ ਆ ਰਿਹਾ ਹੈ। ਮੇਨ ਗੱਲ ਤਾਂ ਇਹ ਹੈ ਕਿ ਜਿਹੜੇ ਗਦਾਰ ਨੇ ਜਾਂ ਜਿਹੜੇ ਚੋਰ ਨੇ ਉਹ ਤਾਂ ਘਰ 'ਚ ਬੈਠੇ ਨੇ ਨਾ। ਅੱਜ ਵੀ ਅਖਬਾਰ ਦੇ ਵਿੱਚ ਪੜ੍ਹਿਆ ਖਬਰ, ਤੁਸੀਂ ਜਾਣਦੇ ਹੋਗੇ ਉਸ ਖਬਰ ਦੇ ਬਾਰੇ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਸਿੱਖ ਜਿਹੜਾ UK ਰਹਿਣ ਵਾਲਾ, ਉਹ ਕਹਿੰਦਾ ਕਿ ਅਸੀਂ 골ਡ ਉਹਦੇ ਨਾਲ ਸਨਮਾਨਿਤ ਕਰਾਂਗੇ। ਤੇ ਪਰ ਹਜੇ ਕਿਹੜਾ ਮਸਲਾ ਕਿਸਾਨਾਂ ਦਾ ਹੱਲ ਹੋ ਗਿਆ ਕਿ ਤੁਸੀਂ ਉਹਨਾਂ ਦਾ ਸਨਮਾਨਿਤ ਕਰਦੇ? ਨਹੀਂ, ਮੈਂ ਹੈਰਾਨ ਆ। ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬੰਦੇ ਬਾਰੇ ਦੱਸਦਾ ਹਾਂ ਵੀ ਇਹ ਬੰਦਾ UK ਦਾ ਬੰਦਾ ਇਹ ਕਹਿ ਰਿਹਾ
ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦਾ ਚੇਅਰਮੈਨ ਆ ਹਰਮੀਤ ਸਿੰਘ ਭਕਨਾ। ਹੈਡਿੰਗ ਲੱਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਨ ਤਮਗੇ ਨਾਲ ਸਨਮਾਨਿਤ ਕਰਾਂਗੇ। ਕਿਉਂ ਕਰਾਂਗੇ ਕਿ 14 ਅਗਸਤ ਇਹਨੇ ਉਜਾੜਾ ਦਿਵਸ ਵਜੋਂ ਮੰਨਿਆ। ਤੇ ਉਹ ਕਰਵਾਇਆ ਕਿੰਨੇ? ਮੈਂ ਇਸ ਸ਼ਖਸ ਨੂੰ ਪੁੱਛਣਾ ਚਾਹਣਾ, ਉਹ ਕਰਵਾਇਆ ਕਿੰਨੇ ਸੀ? ਇਹਨਾਂ ਹਿੰਦੂ ਤੋਂ ਵੀ ਤਾਕਤਾਂ ਨੇ ਕਰਾਇਆ ਸੀ ਸਾਡਾ ਉਜਾੜਾ। ਸਾਡਾ ਤਾਂ ਦੇਸ਼ ਪੰਜਾਬ ਸੀਗਾ, ਉਹ ਸਾਨੂੰ ਤਾਂ ਉਹ ਕਿਉਂਕਿ ਸਾਡੇ ਤੋਂ ਜੇ ਲਿਆ ਅੰਗਰੇਜ਼ ਹਕੂਮਤ ਨੇ, ਉਹ ਦੇਸ਼ ਪੰਜਾਬ ਲਿਆ ਸੀ। ਸਰਕਾਰ ਅੱਜ ਵੀ ਕਾਗਜ਼ਾਂ ਦੇ ਵਿੱਚ ਸਾਡੇ ਹੱਕ ਹਕੂਕ ਬੋਲਦੇ ਆ ਉਹ ਦੇਸ਼ ਪੰਜਾਬ ਬਾਰੇ। ਪਿਛਲੇ ਸਮੇਂ ਤੁਸੀਂ ਵੀ ਜਾਣਦੇ ਹੋ, ਉਹ ਜਿਹੜੇ ਲੇਹ ਲਦਾਖ ਦੀ ਗੱਲ ਚੱਲਦੀ ਸੀ ਚੀਨ ਵਾਲਿਆਂ ਦੇ ਨਾਲ, ਉਹਨਾਂ ਨੇ ਨਕਸ਼ਾ ਕੱਢ ਕੇ ਰੱਖਦਾ ਕਿ ਖਾਲਸਾ ਸਰਕਾਰ ਦੀ ਥਾਂ ਆ ਜਿੱਦਣ ਉਹ ਗੱਲ ਕਰਨਗੇ, ਜਦੋਂ ਵਾਜਪਾਈ ਨੇ ਗੱਲ ਕੀਤੀ। ਸੋ ਮੇਰੇ ਕਹਿਣ ਦਾ ਭਾਵ ਆ ਕਿ ਇਹ ਲੋਕਾਂ ਨੂੰ ਕਮ ਸੇ ਕਮ ਇੰਨੀ ਸਮਝ ਚਾਹੀਦੀ। ਉਹ ਭਲਿਆ ਮਾਨਸਾ ਤੂੰ ਸੋਨੇ ਦਾ ਤਮਗਾ ਦੇਣ ਲੱਗਾ, ਤਮਗਾ ਤਾਂ ਦਿੰਦਾ ਜੇ ਤੇਰੇ ਆ ਜਿਹੜੇ ਪਿਓ ਦਾਦੇ ਬਾਹ ਬੈਠੇ ਆ ਕਿਸਾਨ ਬਾਰਡਰਾਂ ਦੇ ਉੱਤੇ, ਕੀ ਇਹਨਾਂ ਦੀਆਂ ਮੰਗਾਂ ਮੋਦੀ ਨੇ ਮੰਨ ਲਈਆਂ? ਕੀ 47 ਵੇਲੇ ਕੀਤੇ ਵਾਅਦੇ ਮੋਦੀ ਨੇ ਪੰਜਾਬੀਆਂ ਨਾਲ ਪੂਰੇ ਕਰਤੇ? ਸਾਨੂੰ ਖੁਦ ਮੁਖਤਿਆਰੀ ਦੇਤੀ। ਇਹੋ ਜਿਹੇ ਬੰਦਿਆਂ ਕਰਕੇ ਤਾਂ ਜਿਹੜਾ ਕੌਮ ਦਾ ਬੇੜਾ ਗਰਕ ਹੁੰਦਾ ਪਿਆ। ਕੀ ਸਾਨੂੰ ਸਾਡੇ ਪੰਜਾਬੀ ਬੋਲਦੇ ਇਲਾਕੇ ਮਿਲ ਗਏ? ਕੀ ਪੰਜਾਬ ਦਾ ਪਾਣੀ ਅੱਜ ਜਿਹੜਾ ਬੰਜਰ ਹੋਣ ਜਾ ਰਿਹਾ 2030 ਤੱਕ, ਪਿੱਛੇ ਆ ਖਬਰ ਪੜ੍ਹ ਰਿਹਾ ਸੀ ਕੋਈ ਮੈਂ, ਆਉਣ ਵਾਲੇ ਸਮੇਂ 'ਚ ਜੋ ਆ ਰਿਹਾ 10-20 ਸਾਲਾਂ ਦੇ ਵਿੱਚ ਪੰਜਾਬ ਬੰਜਰ ਸਟੇਟ ਬਣ ਜਾਊਗਾ। ਪਾਣੀ ਦਾ ਇਹ ਹਾਲ ਆ। ਕੀ ਇਹ ਸਾਡੇ ਅੱਜ ਪਾਣੀ ਸਾਨੂੰ ਮਿਲ ਗਿਆ? ਬੜਾ ਕੁਛ ਆ। ਲੇਕਿਨ ਸਾਡੇ ਬੇਈਮਾਨ ਆਗੂ, ਜਿਹੜਾ ਸਵਾਲ ਤੁਹਾਡਾ ਜਿਹਦੇ ਤੇ ਮੈਂ ਆਉਣਾ ਹੁਣ, ਕਿ ਤੁਸੀਂ ਕਹਿੰਦੇ ਹੋ ਕਿ ਸਾਨੂੰ ਕਿਉਂ ਨਹੀਂ ਮਿਲਿਆ ਕੁਛ, ਕਿ ਜਿਹੜੇ ਸਾਡੇ ਬੇਈਮਾਨ ਆਗੂ ਨੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ, ਇਹਨਾਂ ਕਰਤੂਤਾਂ ਕੀ ਨੇ ਕਿ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਆ ਕਿ ਸਾਨੂੰ ਪੰਜਾਬ ਦੇ ਵਿੱਚ ਰਾਜ ਭਾਗ। ਆ ਬਾਦਲ ਨੇ ਕਦੇ ਕੈਪਟਨ ਨਾਲ ਸਮਝੌਤਾ ਕਰ ਲਿਆ, ਹੁਣ ਕੈਪਟਨ ਦਾ ਸਾਂਝ ਆ ਇਹਨਾਂ ਨਾਲ, ਤੇ ਇਹ ਬਚੇ ਫਿਰਦੇ ਆ। ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, 1.5 ਸਾਲ ਤੱਕ ਸਰਕਾਰ ਰਹੀ ਆ ਬਾਦਲ ਦੀ। ਉੱਥੇ ਵੀ ਫੇਰ ਮੈਂ ਕਹੂੰਗਾ, ਮੈਨੂੰ ਦੁੱਖ ਹੁੰਦਾ ਕਿ ਸਾਡੇ ਸਰੂਪ ਵਾਲੇ ਚਿਹਰਿਆਂ ਵਾਲੇ ਬੰਦੇ ਆ ਕੇ ਕਹਿੰਦੇ ਆ ਹੀ ਬਾਦਲ ਸਾਹਿਬ ਨੇ ਥੋੜਾ ਬੇਅਦਬੀ ਕਰਾਈ ਆ, ਹੋਰ ਕਿੰਨਾ ਨੇ ਕਰਾਈ ਸੀ? ਤੁਸੀਂ ਲੋਕਾਂ ਨੇ ਉਹਨਾਂ ਲੋਕਾਂ ਦੀ ਪੁਸ਼ਤ ਬਣਾਈ ਕੀਤੀ, ਜਿਹੜੇ ਲੋਕਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਦਾ ਤਾਂ ਪਤਾ ਉਸੇ ਵੇਲੇ ਲੱਗ ਗਿਆ ਸੀ। ਜਿਹੜੇ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਚੱਕਿਆ ਜਾਂਦਾ, ਉਦੋਂ ਬਾਅਦ ਉਹ ਪੋਸਟਰ ਲਾਉਂਦੇ ਆ ਕੰਧਾਂ ਦੇ, ਤੁਹਾਡਾ ਪਿਓ ਸਾਡੇ ਕੋਲ ਆ, ਜੇ ਪਿਓ ਦੇ ਹੋ ਤਾਂ ਲੈ ਕੇ ਦਿਖਾਓ, ਅਸੀਂ ਤੁਹਾਨੂੰ ਇੰਨੇ ਲੱਖ ਰੁਪਈਆ ਦੇਵਾਂਗੇ। ਸਿੱਧੀ ਵੰਗਾਰ ਸਾਨੂੰ ਇਸ ਪੰਜਾਬ ਦੀ ਧਰਤੀ ਤੇ ਪੈ ਰਹੀ ਆ। ਤੇ ਉਦੋਂ ਸਰਕਾਰ ਕਿਹਦੀ ਸੀ? ਜਿਹੜੇ ਕਹਿੰਦੇ ਆ ਉਹ ਬਾਦਲ ਮਾਫੀਏ ਦੀ, ਜਿਹੜੇ ਕਹਿੰਦੇ ਆ ਕਿ ਅਸੀਂ ਪੰਥ ਦੇ ਵਾਰਸ ਹਾਂ, ਔਰ ਜਿਹਦੇ ਪਲੇਟਫਾਰਮ ਦੇ ਉੱਤੇ ਉਹ ਲੋਕ ਬੈਠੇ ਆ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਨਾਲ ਰਹੇ ਆ ਤੇ ਸੰਤਾਂ ਦੀ ਸਰਪ੍ਰਸਤੀ ਹੇਠ ਅਸੀਂ ਉਹਨਾਂ ਦੀ ਬੁੱਕਲ ਦਾ ਨਿੱਘ ਮਾਣਿਆ। ਉਹ ਲੋਕ ਬੈਠੇ ਆ, ਉਹ ਲੋਕ ਗੱਲਾਂ ਕਰਦੇ ਆਣ ਕੇ। ਤੇ ਬਾਦਲ ਉਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸੀਗਾ ਅਵਤਾਰ ਸਿੰਘ ਮੱਕੜ, ਹੁਣ ਤਾਂ ਉਹ ਚੜ੍ਹਾਈ ਕਰ ਗਿਆ। ਉਹ ਬੰਦਾ ਕੁਛ ਵੀ ਸੀ, ਉਹ ਬੰਦੇ ਅੰਦਰ ਧਰਮ ਸੀ, ਸਿੱਖੀ ਸੀ ਉਹਦੇ ਬੰਦੇ ਅੰਦਰ। ਉਹ ਗਿਆ ਉੱਥੇ ਪਿੰਡ, ਉੱਥੇ ਉਹਨੂੰ ਉੱਥੋਂ ਫੋਨ ਆ ਗਿਆ CM ਦਾ, ਬਾਦਲ ਸਾਹਿਬ ਦਾ, ਤੂੰ ਕੀ ਲੈਣਾ ਆ ਇੱਥੇ, ਤੂੰ ਚੱਲ ਆਪਦਾ ਕੰਮ ਕਰੋ ਜੀ, ਇਹ ਸਾਡਾ ਕੰਮ ਆ, ਅਸੀਂ ਦੇਖ ਲਾਂਗੇ ਆਪੇ। ਉਹ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਹੋਇਆ, ਨਰਾਦਰ ਹੋਇਆ, ਉਹਨਾਂ ਦੇ ਜਿਹੜੇ ਅੰਗ ਆ ਇਸ ਤਰ੍ਹਾਂ ਦੀ ਬੇਅਦਬੀ ਕਰਕੇ ਰੂੜੀਆਂ ਤੇ ਸੁੱਟੇ ਆ, ਵੀ ਇਹ ਰੌਲਾ ਪੈ ਜੂ। ਉਹਨੂੰ ਭੇਜਤਾ ਵਾਪਸ। ਫਿਰ ਜੋ ਕੁਛ ਤੁਹਾਡੇ ਸਾਹਮਣੇ ਆ, ਜੋ ਕੁਛ ਹਾਲ ਹੋਇਆ ਸ਼ਾਂਤਮਈ ਬੈਠਿਆਂ ਦੇ ਉੱਤੇ। ਇੱਥੇ ਆਸ਼ੂਤੋਸ਼ ਭਣਿਆਰੇ ਵਾਲਿਆਂ ਦੇ ਡੇਰੇ ਚਲਾਉਣ ਲੱਗੇ, ਜਦੋਂ ਉਹ ਕਰਦੇ ਆ, ਉਹ ਟ੍ਰੇਨਾਂ ਸਾੜਤੀਆਂ ਉਹਨਾਂ ਨੇ, ਮੁੰਡਿਆਂ ਨੇ, ਉਹ ਰਵਦਾਸੀਆਂ ਨੇ, ਉਦੋਂ ਤਾਂ ਕੁਛ ਹੋਇਆ ਨਹੀਂ, ਇਹਨਾਂ ਤੋਂ ਗੋਲੀ ਚੱਲੀ ਨਹੀਂ। ਜੇ ਉਹ ਸ਼ਾਂਤਮਈ ਆਪਣੇ ਗੁਰੂ ਦੀ ਲੈ ਕੇ ਕਹਿੰਦੇ ਸੀ ਵੀ ਉਹਨਾਂ ਨੂੰ ਨਰਾਦਰ ਕਰਨ ਵਾਲਿਆਂ ਨੂੰ ਫੜੋ, ਉਦੋਂ ਆਪਾਂ ਗੋਲੀ ਚਲਾਤੀ। ਫੇਰ ਕਹਿੰਦੇ ਆ ਉਹ ਬਾਦਲ ਸਾਹਿਬ ਨੇ ਤਾਂ ਕਿਹਾ ਹੀ ਨਹੀਂ ਸੀ ਗੋਲੀ ਚਲਾਤੀ। ਜੇ ਬਾਦਲ ਸਾਹਿਬ ਨੇ ਨਹੀਂ ਸੀ ਕਿਹਾ, ਉਹ ਸੁਖਬੀਰ ਸਾਹਿਬ ਨੇ ਨਹੀਂ ਸੀ ਕਿਹਾ, ਤੁਸੀਂ ਕੀ ਐਕਸ਼ਨ ਲਿਆ? ਉਸ ਸਮੇਂ ਦਾ ਜਿਹੜਾ ਕੋਈ SDM ਅਫਸਰ ਸੀਗਾ, DC, SDM, ADC, ਜੋ ਵੀ ਕੋਈ ਸੀਗਾ, ਕੀ ਉਹਦੇ ਤੇ ਕਾਰਵਾਈ ਹੋਈ?
ਜਿਹੜਾ ਉਦੋਂ ਦਾ ਕੋਈ ਪੁਲਿਸ ਅਫਸਰ ਸੀਗਾ ਉਹਦੇ ਤੇ ਕਾਰਵਾਈ ਹੋਈ। ਆ ਖਟੜਾ ਐਡਾ ਵੱਡਾ ਅਫਸਰ ਆ, ਮੈਂ ਹੈਰਾਨ ਆ। ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਇੱਕ ਮੀਟਿੰਗ ਦੇ ਵਿੱਚ ਇਹਨੂੰ ਬੁਲਾਇਆ ਗਿਆ ਜੀ, ਤੁਸੀਂ ਦੱਸੋ। ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਵੀ ਲਾਹਨਤ ਆ ਤੇਰੀ ਅਫਸਰੀ ਦੇ, ਤੂੰ ਇੰਨਾ ਸਮਾਂ ਕਿਵੇਂ ਕਰ ਗਿਆ? ਸਿੱਖ ਹੋ ਕੇ ਤੂੰ ਇਹਦੇ ਵਿੱਚ ਪੁਲਿਸ 'ਚ ਕਰ ਗਿਆ ਅਫਸਰੀ, ਤੂੰ ਇਹੋ ਜਿਹੇ ਕੰਮ ਉੱਥੇ ਰੰਗ ਲਾਉਂਦਾ ਹੋਏਗਾ ਜਿਹੜੇ ਤੂੰ ਹੁਣ ਕਰ ਗਿਆ ਕੰਮ। ਕਿ ਉਹ ਕਹਿ ਰਿਹਾ ਜੀ ਇਹ ਉਹ ਮੁੰਡੇ ਦੋ ਨੇ, ਰੁਪਿੰਦਰ ਤੇ ਇੱਕ ਹੋਰ ਆ, ਉਹ ਤਾਂ ਜੀ ਕਸੂਰਵਾਰ ਹੀ ਉਹ ਨੇ। ਦੋ ਮੁੰਡੇ ਪੁਲਿਸ ਨੇ ਚੱਕ ਕੇ ਸਕੇ ਭਾਈ ਕੁੱਟੇ ਸੀ। ਹਾਂ, ਜਿਹੜੇ ਦੋ ਭਾਈ ਕੁੱਟੇ ਸੀਗੇ। ਮੈਂ ਕਿਸੇ ਨੂੰ ਕਸੂਰਵਾਰ ਜਾਂ ਬੇਕਸੂਰਵਾਰ ਨਹੀਂ ਕਹਿੰਦਾ, ਲੇਕਿਨ ਖਟੜਾ ਸਾਹਿਬ ਨੂੰ ਸਵਾਲ ਆ ਕਿ ਤੁਸੀਂ ਕੀ ਕੀਤਾ ਸੀ? ਉਨੇ ਹੀ ਸਿੱਖ ਤੁਸੀਂ ਹੋ, ਤੁਹਾਡਾ ਵੀ ਗੁਰੂ ਆ ਗੁਰੂ ਗ੍ਰੰਥ ਸਾਹਿਬ, ਵੱਡੇ ਦਾਅਵੇ ਕਰਦੇ ਹੋ ਵੀ ਮੈਂ ਬਹੁਤ ਵੱਡਾ ਸਿੱਖ ਹਾਂ। ਸ੍ਰੀ ਅਕਾਲ ਤਖਤ ਸਾਹਿਬ ਤੇ ਤੁਸੀਂ ਖੜ ਕੇ ਝੂਠ ਬੋਲਦੇ ਪਏ ਹੋ। ਤੁਸੀਂ ਵੀ ਉਹਨਾਂ ਲੋਕਾਂ ਨੂੰ ਬਰੀ ਕੀਤਾ। ਅੱਜ ਸਿਰਸੇ ਵਾਲਾ ਸਾਧ ਬੈਠਾ, ਨਾ ਉਹਨੂੰ ਬਾਦਲ ਨੇ ਹੱਥ ਪਾਇਆ ਉਹਦੇ ਪ੍ਰੇਮੀਆਂ ਨੂੰ, ਨਾ ਆਹ ਕੈਪਟਨ ਬੈਠਾ ਜਿਹਨੇ ਝੂਠੀ ਸਹੁੰ ਖਾਧੀ ਇਹਦੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੈਂ ਬੇਅਦਬੀਆਂ ਨੂੰ। ਯਾਰ ਕੀ ਗੱਲ ਕਰੀਏ, ਲੋਕ ਗੁਰੂ ਦੇ ਉੱਤੇ ਸਿਆਸਤ ਕਰੀ ਜਾਂਦੇ ਆ ਵੀ ਗੁਟਕਾ ਸਾਹਿਬ ਦੀ ਸਹੁੰ ਖਾ ਲਈ ਮੈਂ ਸਜ਼ਾਵਾਂ ਦੇਵਾਂਗਾ, ਤੇ ਅੱਜ ਕੀ ਹਾਲ ਹੋ ਰਿਹਾ। ਇੱਕ ਗੱਲ ਮੈਂ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤ ਬਣਾਈ ਕੀਤੀ ਆ, ਉਹਨਾਂ ਦਾ ਖਾਤਮਾ ਹੋਊਗਾ। ਹੁਣ ਆਪੋਜੀਸ਼ਨ 'ਚ ਵੀ ਨਹੀਂ ਬੈਠੇ ਪਿਛਲੀ ਸਰਕਾਰ ਵੇਲੇ, ਹੁਣ ਉਸ ਤੋਂ ਵੀ ਥੱਲੇ ਜਾਣਗੇ। ਔਰ ਆਉਣ ਵਾਲੇ ਸਮੇਂ 'ਚ ਬਾਦਲ ਜਿਹੜਾ ਲਫ਼ਜ਼ ਆ ਪੰਥਕ ਸਭਾ 'ਚੋਂ ਖਤਮ ਹੋਊਗਾ, ਕਿਉਂਕਿ ਗੁਰੂ ਤੇ ਸਿਆਸਤ ਨਹੀਂ ਚੱਲਦੀ। ਤੇ ਕੈਪਟਨ ਦਾ ਵੀ ਇਹੀ ਹਾਲ ਹੋਣਾ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੈ ਕੇ ਉਹ ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾਓਗੇ ਤੇ ਮੁੜ ਕੇ ਉਹਨਾਂ ਨਾਲ ਸਾਂਝ ਭਿਆਲੀਆਂ ਪਾ ਕੇ ਤੁਸੀਂ ਸਾਂਝਾਂ ਨਿਭਾਓਗੇ ਵੀ ਕੋਈ ਗੱਲ ਨਹੀਂ, ਹੁਣ ਤੂੰ ਕਰ ਲਾ, ਜੇ ਮੈਨੂੰ 75 ਪੈਸੇ ਆਉਂਦੇ ਆ ਤੇ 25 ਪੈਸੇ ਤੂੰ ਛਕੀ ਜਾ। ਜੇ ਪੰਜਾਬ ਰੋਡ ਵਿੱਚ ਘਾਟੇ 'ਚ ਜਾ ਰਹੀ ਆ ਤੇ ਸੁਖਬੀਰ ਦੀ ਰੋਡ ਵਿੱਚ ਵਾਧੇ 'ਚ ਜਾ ਰਹੀ ਆ। ਕੇਬਲ ਮਾਫੀਆ ਉਹ ਹੋਰ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਅੱਗੇ। ਆ ਤੁਹਾਡੇ ਵਰਗੇ ਚੈਨਲ ਆ ਜਿਹੜੇ ਚਲੋ YouTube ਤੇ ਆ ਗਿਆ, ਇਹ ਇਲੈਕਟ੍ਰੋਨਿਕ ਦੇ ਵਿੱਚ ਇਹ ਸਿਸਟਮ ਆ ਗਿਆ YouTube ਤੇ ਚੱਲੀ ਚੁੱਲੀ ਜਾਂਦੇ ਆ, ਨਹੀਂ ਤਾਂ ਕਿੰਨੇ ਨੇੜੇ ਲੱਗਣ ਦੇਣਾ ਸੀ। ਏਡਾ ਵੱਡਾ ਮਾਫੀਆ। ਸਿੰਘ ਸਾਹਿਬ ਸਾਡੇ ਆ, ਉਹ 20 25 ਗਨਮੈਨ ਲੈਣ ਤੋਂ ਬਿਨਾ ਸੰਗਤ 'ਚ ਨਹੀਂ ਆ ਸਕਦੇ। ਇਸ ਲੋਕਾਂ ਨੇ ਇਹ ਹਾਲਤ ਕਰਤੀ। ਚੰਡੀਗੜ੍ਹ ਬੈਠ ਕੇ ਉੱਥੋਂ ਫੈਸਲੇ ਦਿੰਦੇ ਆ, ਉੱਥੋਂ ਸੰਦੇਸ਼ ਜਾਰੀ ਕਰਦੇ ਆ। ਸਿੰਘ ਸਾਹਿਬ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਹੋ ਰਿਹਾ। ਉੱਥੋਂ ਉਹਨਾਂ ਨੂੰ ਫਿਰ 4 ਬੰਦੇ ਭੇਜ ਕੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਤੁਸੀਂ ਜੀ ਇਹ ਹੁਕਮਨਾਮਾ ਲਾਗੂ ਕਰੋ, ਜਿਹੜਾ ਸੰਦੇਸ਼ ਆ ਆਹ ਸੰਦੇਸ਼ ਜਾਰੀ ਕਰੋ। ਕਿਹੜੀ ਗੱਲ ਆਪਾਂ ਕਰਾਂਗੇ। ਸਿੱਖ ਕੌਮ ਦੀ ਬਦਕਿਸਮਤੀ ਆ ਕਿ ਅੱਜ ਉਹ ਸਿੱਖੀ ਕਿਰਦਾਰ ਵਾਲੇ, ਸਿੱਖੀ ਸੋਚ ਵਾਲੇ, ਸਿੱਖੀ ਸਰੂਪ ਵਾਲੀ ਲੀਡਰਸ਼ਿਪ ਆ ਜਿਹੜੀ ਉਹ ਖਤਮ ਹੋ ਗਈ। ਬਾਬਾ ਖੜਕ ਸਿੰਘ ਵਰਗਿਆਂ ਦੀ ਜਿਹੜੀ ਸੀਗੀ ਸੋਚ, ਉਸ ਵੇਲੇ ਵੀ ਨੌਜਵਾਨ ਉੱਠੇ ਸੀ। ਨੌਜਵਾਨਾਂ ਨੇ ਜਿਹੜੀ ਵਾਗਡੋਰ ਆਪਣੇ ਹੱਥਾਂ ਦੇ ਵਿੱਚ ਲਈ। ਅੱਜ ਵੀ ਜਦੋਂ ਦੇਖਦੇ ਆ ਕਿ ਨੌਜਵਾਨਾਂ ਦੇ ਮਨਾਂ ਦੇ ਵਿੱਚ ਉਹ ਗੱਲਾਂ ਹੈਗੀਆਂ ਨੇ, ਉਹ ਉੱਠਣਾ ਚਾਹੁੰਦੇ ਨੇ। ਉਹ ਅਕਸਰ ਇੱਕ ਗੱਲ ਭਾਲਦੇ ਨੇ ਕਿ ਸਾਨੂੰ ਇੱਕ ਆਗੂ ਮਿਲੇ, ਇੱਕ ਆਗੂ ਜਿਵੇਂ ਧਰਮ ਯੁੱਧ ਮੋਰਚੇ ਵੇਲੇ ਕਿਸੇ ਆਗੂਆਂ ਨੇ ਲੀਡ ਕੀਤਾ ਸਾਨੂੰ, ਤਾਂ ਉਸੇ ਢੰਗ ਨਾਲ ਹੁਣ ਵੀ ਆਗੂ ਭਾਲਦੇ ਨੇ। ਨੌਜਵਾਨੀ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਜਿਹੜੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਆਖਿਆ ਜਾਂਦਾ ਸੀ, ਉਹ ਜਾਗ ਰਹੀ ਹੈ। ਉਹ ਨੌਜਵਾਨੀ ਦੇ ਵਿੱਚ ਅੱਜ ਵੀ ਉਸੇ ਢੰਗ ਦਾ ਜੋਸ਼ ਬਰਕਰਾਰ ਹੈ। ਤੁਹਾਨੂੰ ਕੀ ਲੱਗਦਾ ਕਿ ਨੌਜਵਾਨੀ ਮੋੜਾ ਪਾਊਗੀ? ਨੌਜਵਾਨੀ ਨੋ ਡਾਊਟ, ਨੌਜਵਾਨੀ ਦੇ ਅੰਦਰ ਉਹ ਜੋਸ਼ ਆ। ਉਹ ਜੋਸ਼ ਅਸੀਂ ਵੇਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਸੜਕਾਂ ਦੇ ਉੱਤੇ ਨੌਜਵਾਨ ਸਰਕਾਰ ਹੁੰਦੇ ਹੋਏ, ਸਰਕਾਰ ਦੇ ਜਿਹੜੇ ਇਲੈਕਟਡ ਨੁਮਾਇੰਦੇ ਸੀ, ਉਹ ਘਰਾਂ ਚੋਂ ਨਹੀਂ ਨਿਕਲਣ ਦਿੱਤੇ ਉਹਨਾਂ ਨੇ। ਔਰ ਪੂਰਾ ਪੰਜਾਬ ਇੱਕ ਤਰ੍ਹਾਂ ਨਾਲ ਬੰਦ ਕਰਤਾ ਸੀ। ਨੌਜਵਾਨੀ ਸੀਗੀ, ਉਹ ਨੌਜਵਾਨੀ ਸੀ ਜਿਨ੍ਹਾਂ ਨੇ ਸਰਬੱਤ ਖਾਲਸਾ ਜਦੋਂ ਸੱਦਿਆ ਗਿਆ, ਨੌਜਵਾਨ ਉੱਥੇ ਗਏ। ਉਹ ਨੌਜਵਾਨ ਹੀ ਸੀ। ਬੜਗਾੜੀ ਮੋਰਚਾ ਜਦੋਂ ਲਾਇਆ ਉਦੋਂ ਗਏ ਨੌਜਵਾਨ। ਤਾਂ ਇੱਕੋ ਕੇਲੇ ਦੀ ਤਰ੍ਹਾਂ ਹੁੰਦਾ, ਸੌਫਟ, ਸੱਚਾ ਸੁੱਚਾ, ਸੌਫਟ ਮਾਈਂਡਡ। ਇਹਦੇ ਉੱਤੇ ਕੋਈ ਵੱਲ ਫਰੇਬ ਨਹੀਂ ਹੁੰਦਾ। ਨੌਜਵਾਨ ਦੇ ਮਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਝਰੀਟ ਨਹੀਂ ਹੁੰਦੀ ਮਾੜੀ ਮੈਲੀ। ਉਹ ਸੁੱਚਾ ਹੁੰਦਾ ਵੀ ਮੈਂ ਜੇ ਗੁਰੂ ਲਈ ਕੁਝ ਕਰਨਾ ਤਾਂ ਮੈਂ ਕਰਨਾ। ਲੇਕਿਨ ਜਦੋਂ ਉਹਦੇ ਅੰਦਰ ਇਹੋ ਜਿਹੇ ਪੋਲੀਟੀਸ਼ੀਅਨ ਵੜਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਉਸ એનર્ਜੀ ਨੂੰ ਆਪਦੇ ਹਿੱਤ ਲਈ ਵਰਤਦੇ ਆ, ਫਿਰ ਉਹਨੂੰ ਮੋੜਾ ਪਾਉਂਦੇ ਆ। ਉਹ ਸਾਡਾ ਯੂਥ ਆ ਜਿਹੜਾ ਹੁਣ ਤਾਂ ਬਹੁਤ ਐਜੂਕੇਟਡ ਆ, ਸਮਝਦਾ ਸਾਰੀ ਗੱਲ ਨੂੰ। ਪਰ ਕਈ ਵਾਰੀ ਐ ਹੁੰਦਾ ਕਿ ਇਹ ਲੋਕ ਜਦੋਂ ਵਰਤ ਜਾਂਦੇ ਆ
ਇਹ ਜਿਹੜੇ ਬੁੱਢੇ ਠੇਰੇੜੇ ਮੈਂ ਕਹੂੰਗਾ, ਉਹ ਜਦੋਂ ਫਿਰ ਉਹ ਉਹਨਾਂ ਦੇ ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ, ਉਹ ਆਪਦਾ ਵਾਸਤਾ ਦਿੰਦੇ, ਆਪਦੀ ਪੱਗ ਦਾ ਵਾਸਤਾ ਦਿੰਦੇ ਆ ਕਿ ਤੁਸੀਂ ਸਾਡੀ ਅੱਜ ਸੁਣ ਲਓ, ਮੈਂ ਗੱਲ ਕਰ ਲਈ ਆ, ਬਸ ਫੈਸਲਾ ਹੋ ਗਿਆ। ਨੌਜਵਾਨ ਵਿਸ਼ਵਾਸ ਕਰ ਲੈਂਦਾ ਸਾਡਾ ਇਹਨਾਂ ਤੇ। ਉਹ ਜਿਹੜਾ ਵਿਸ਼ਵਾਸਘਾਤ ਫਿਰ ਸਾਡੇ ਨਾਲ ਹੁੰਦਾ, ਜਿਹੜਾ ਸਾਡੇ ਨਾਲ ਸਰਬੱਤ ਖਾਲਸੇ ਵੇਲੇ ਹੋਇਆ, ਸਾਡੇ ਨਾਲ ਬਰਗਾੜੀ 'ਚ ਵੀ ਹੋਇਆ, ਸਾਡੇ ਨਾਲ ਇਸ ਸਮੇਂ ਵੀ ਹੋਇਆ। 26 ਜਨਵਰੀ ਤੇ ਉੱਥੇ ਉਹ ਮੁੰਡੇ ਗਏ ਲਾਲ ਕਿਲੇ ਤੇ, ਜੇ ਨਿਸ਼ਾਨ ਸਾਡਾ ਖਾਲਸਾਈ ਨਿਸ਼ਾਨ ਉੱਥੇ ਝੁਲਾਤਾ ਤਾਂ ਸਾਰਾ ਹਿੰਦੂ ਮੀਡੀਆ ਤੜਫ ਉੱਠਿਆ। ਕਿਉਂ, ਕੀ ਤਕਲੀਫ ਹੋ ਗਈ ਸੀ? ਇਸੇ ਨਿਸ਼ਾਨ ਨਹੀਂ ਅੱਜ ਤਿਰੰਗੇ ਦੇ ਵਿੱਚ ਜੇ ਭਗਵਾਂ ਰੰਗ ਆ ਤਾਂ ਇਸੇ ਖਾਲਸੇ ਦਾ ਰੰਗ ਆ। ਉਹ ਇਹ ਭੁੱਲ ਗਏ ਕਿ ਬਾਬਾ ਖੜਕ ਸਿੰਘ ਜੀ ਨੇ ਉਦੋਂ ਗੱਲ ਕੀਤੀ ਕਿ ਬਾਬਾ ਖੜਕ ਸਿੰਘ ਜੀ ਕੋਲ ਗਏ ਸੀ ਨਹਿਰੂ ਤੇ ਗਾਂਧੀ ਕਿ ਤੁਸੀਂ ਸਾਨੂੰ ਸਹਿਯੋਗ ਦਿਓ, ਕਿਉਂਕਿ ਬਾਬਾ ਲੰਬੀ ਕਹਾਣੀ ਆ ਕਿ ਬਾਬਾ ਜੀ ਨੇ ਜਦੋਂ ਸਾਂਝਾ ਸੀ ਆਪਣਾ ਹਿੰਦੁਸਤਾਨ ਤੇ ਪਾਕਿਸਤਾਨ, ਉਦੋਂ ਆਜ਼ਾਦੀ ਵਾਸਤੇ ਬਾਬਾ ਖੜਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਬੜਾ ਵੱਡਾ ਇਕੱਠ ਹੋਇਆ। ਉਹ ਇਕੱਠ ਦੇਖ ਕੇ ਇਹਨਾਂ ਨੇ, ਕਾਂਗਰਸ ਨੇ ਇਕੱਠ ਕੀਤਾ, ਉਹਦੇ ਮੁਕਾਬਲੇ 10 ਗੁਣਾ ਇਕੱਠ ਸੀ, ਉਹ ਤਾਂ ਹਿੱਲ ਗਈ। ਉਦੋਂ ਦੀਆਂ ਇੰਗਲਿਸ਼ ਦੀਆਂ ਅਖਬਾਰਾਂ ਨੇ ਲਿਖਿਆ ਕਿ ਆਹ ਜਿਹੜੀ ਆਜ਼ਾਦੀ ਦਾ ਮੁੱਢ ਵੱਜਿਆ ਇੱਥੋਂ। ਤਾਂ ਇਹ ਨਹਿਰੂ ਤੇ ਗਾਂਧੀ ਗਏ ਬਾਬਾ ਖੜਕ ਸਿੰਘ ਦੇ ਕੋਲ ਜੀ ਦੇ ਕੋਲ ਚੱਲ ਕੇ ਕਿ ਆਪਾਂ ਇਕੱਠੇ ਮਿਲ ਕੇ ਚੱਲੀਏ। ਉਸ ਤੋਂ ਬਾਅਦ ਮਾਰਚ ਕਰਨਾ ਸੀ ਲਾਹੌਰ ਸ਼ਹਿਰ ਦੇ ਵਿੱਚ, ਤਾਂ ਉਦੋਂ ਬਾਬਾ ਖੜਕ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਅੱਗੇ ਲੱਗੋ ਸਿੱਖ ਅਗਵਾਈ ਕਰਨ। ਉਹ ਕਹਿੰਦੇ ਜਿਹੜਾ ਅਗਵਾਈ ਕਰੂਗਾ ਉਹਦਾ ਰੰਗ ਉੱਤੇ ਆਊਗਾ ਝੰਡੇ ਦੇ। ਤਾਂ ਉਹ ਉਸ ਸਮੇਂ ਤਿਰੰਗੇ ਦੇ ਵਿੱਚ ਜਿਹੜਾ ਸਾਡਾ ਭਗਵਾਂ ਰੰਗ ਆ ਉਸ ਸਮੇਂ ਸਾਡਾ ਉੱਤੇ ਕੀਤਾ ਗਿਆ। ਤੇ ਉਹ ਉਸ ਰੰਗ ਦੇ, ਉਸ ਕੌਮ ਦੇ ਝੰਡੇ ਦੀ ਅੱਜ ਇਹਨਾਂ ਲੋਕਾਂ ਨੇ ਨਿਰਾਦਰ ਕੀਤਾ। ਜਿਹੜੀ ਮੈਂ ਤੁਹਾਨੂੰ ਪਿੱਛੇ ਟੂਕ ਮਾਤਰ ਗੱਲ ਕਰਕੇ ਗਿਆ ਕਿ ਅਗਰ ਗੱਲ ਕਰਨੀ ਕੁਰਬਾਨੀ ਦੀ ਤੇ ਸਾਡੀ ਸਿੱਖ ਜੇ ਬਾਰਡਰਾਂ ਤੇ ਲਾਉਣੇ ਆ ਸਿੱਖ, ਹੁਣ ਅਫਗਾਨਿਸਤਾਨ ਨਾਲ ਗੱਲ ਚੱਲੀ ਆ, ਤਾਲਿਬਾਨਾਂ ਨਾਲ ਚੱਲਦੀ ਆ, ਅੱਜ ਹਰ ਡਿਬੇਟ 'ਚ ਬੈਠ ਕੇ ਵੱਡੇ ਵੱਡੇ ਉਹ ਬੋਦੀਆਂ ਵਾਲੇ ਧੋਤੀਆਂ ਵਾਲੇ ਗੱਲ ਕਰਦੇ ਆ, ਸਿੱਖਾਂ ਨੇ ਇਸ ਤਰ੍ਹਾਂ ਕੀਤਾ ਜੀ, ਸਿੱਖ ਹੀ ਸੀ ਜਿਹੜੇ ਤਾਲਿਬਾਨਾਂ ਨੂੰ ਏਦਾਂ ਕਰ ਗਏ ਸੀ, ਦਬਾ ਗਏ ਸੀਗੇ। ਤਾਂ ਅੱਜ ਗੱਲ ਹੁੰਦੀ ਆ ਜੇ ਸਿੱਖ ਹੱਕਾਂ ਦੀ ਗੱਲ ਕਰਦੇ ਆ ਤੇ ਫਿਰ ਜੇ ਸਿੱਖ ਉਹੀ ਸਿੱਖਾਂ ਦਾ ਨਿਸ਼ਾਨ ਸੀ ਜਿਹੜਾ ਤੁਹਾਡੇ ਲੋਕਾਂ ਨੇ ਤੁਹਾਡੇ ਮੀਡੀਆ ਨੇ ਸਿੱਖਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਕੀਤਾ, ਉਹਨਾਂ ਮੁੰਡਿਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ, ਔਰ ਸਾਡੇ ਨਿਸ਼ਾਨ ਸਾਹਿਬਾਂ ਨੂੰ ਮੈਂ ਕਹਿੰਦਾ ਇਹਨਾਂ ਨੇ ਪੈਰਾਂ ਦੇ ਵਿੱਚ ਉਦੋਂ ਰੋਲਿਆ, ਜਿਹੜੀਆਂ ਵੀਡੀਓ ਬਣਾ ਕੇ ਪਾਈਆਂ ਇਹਨਾਂ ਨੇ। ਇਹ ਗਿਣਤੀ ਇਹ ਕਿਸੇ ਨਾ ਕਿਸੇ ਦਿਨ ਹਿਸਾਬ ਕਿਤਾਬ ਹੋਣੇ ਆ, ਔਰ ਗੁਰੂ ਸਾਨੂੰ ਬਲ ਬਖਸ਼ੇ। ਮੈਂ ਹਰ ਸਮੇਂ ਇਹ ਗੱਲ ਕਰਦਾ ਹੁੰਦਾ ਜਦੋਂ ਵੀ ਮੇਰੀ ਕਿਤੇ ਗੱਲ ਹੁੰਦੀ ਆ, ਗੁਰੂ ਸਾਨੂੰ ਬਲ ਬਖਸ਼ੇ, ਕਿਤੇ ਡੋਲਣ ਨਾ ਦੇਵੇ। ਇੰਨੀ ਕੁ ਅਸੀਂ ਉਹਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਡੋਲਣ ਨਾ ਦੇਈਂ। ਜੇ ਕਿਤੇ ਵਕਤ ਬਣਿਆ ਇਹਨਾਂ ਲੋਕਾਂ ਨੂੰ ਦਿਖਾਵਾਂਗੇ। ਅਖੀਰ ਦੇ ਵਿੱਚ ਇਹੀ ਗੱਲ ਕਰਨੀ ਚਾਹਾਂਗੇ ਕਿ ਜਿਹੜੇ ਪੰਜਾਬ ਦੇ ਮੁੱਖ ਮਸਲੇ ਨੇ, ਪੰਜਾਬ ਦੇ ਪਾਣੀਆਂ ਦਾ ਮਸਲਾ ਹੈ, ਵੱਧ ਅਧਿਕਾਰਾਂ ਦਾ ਮਸਲਾ ਹੈ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ, ਪੰਜਾਬ ਦੀ ਰਾਜਧਾਨੀ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਈ ਗਈ ਚੰਡੀਗੜ੍ਹ ਰਾਜਧਾਨੀ ਆ ਉਹਦਾ ਮਸਲਾ ਹੈ, ਕਿ ਇਹਨਾਂ ਮਸਲਿਆਂ ਦੇ ਬਿਨਾਂ ਕਿ ਇਹ ਹੱਕ ਲਏ ਬਿਨਾਂ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ, ਜਾਂ ਇਹਨਾਂ ਦੇ ਬਿਨਾਂ ਪੰਜਾਬ ਦੀ ਹੋਂਦ ਦੀ ਕਾਮਨਾ ਕੀਤੀ ਜਾ ਸਕਦੀ ਹੈ? ਪੰਜਾਬ ਦੀ ਹੋਂਦ ਜੋ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮੋਰਚਾ ਜਦੋਂ ਲੱਗਿਆ ਸੀ, ਅਕਾਲੀ ਦਲ ਦੇ ਮੋਰਚੇ ਦੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ, ਉਦੋਂ ਪੰਜਾਬ ਸੂਬੇ ਲਈ ਫੈਡਰਲ ਸਟਰਕਚਰ ਸੀ ਜਿਹੜਾ ਇਕੱਲੇ ਪੰਜਾਬ ਲਈ ਨਹੀਂ ਸੀ, ਸਾਰੀਆਂ ਅਸੀਂ ਜਿਹੜੀ ਉਦੋਂ ਮੰਗ ਕੀਤੀ ਸੀ ਉਹ ਸਾਰੀਆਂ ਸਟੇਟਾਂ ਲਈ ਸੀ ਕਿ ਸਟੇਟਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ, ਉਹ ਆਪਦਾ ਜਿਹੜੇ ਫੈਸਲੇ ਆ ਉਹ ਖੁਦ ਕਰ ਸਕਣ, ਚਾਹੇ ਉਹ ਵਪਾਰੀ ਵਰਗ ਆ, ਚਾਹੇ ਉਹ ਇੰਡਸਟਰੀਲਿਸਟ ਆ, ਚਾਹੇ ਉਹ ਕਿਸਾਨ ਆ। ਅੱਜ ਜਿਹੜੇ ਮੰਗਾਂ ਮੁੱਦਿਆਂ ਨੂੰ ਲੈ ਕੇ ਅਸੀਂ ਬੈਠੇ ਆ ਬਾਰਡਰਾਂ ਦੇ ਉੱਤੇ, ਚਾਹੇ ਉਹ ਪੰਜਾਬ ਦੀ ਕਿਸਾਨੀ ਆ, ਅਸੀਂ ਆਪਦੀ ਫਸਲ ਦਾ ਮੁੱਲ ਆਪ ਤੈਅ ਕਰੀਏ। ਉਹ ਮੁੱਦਿਆਂ ਨੂੰ ਲੈ ਕੇ ਉਦੋਂ ਗੱਲ ਸ਼ੁਰੂ ਹੋਈ ਸੀ। ਉਦੋਂ ਇਹਨਾਂ ਲੋਕਾਂ ਨੇ ਦਬਾਇਆ, ਸਟੇਟ ਦੀ ਫੌਜ ਪੂਰੀ ਲਾ ਕੇ 3 ਦੇਸ਼ਾਂ ਦੀ, ਰਸ਼ੀਆ ਤੇ ਯੂਕੇ, ਦੂਸਰੇ ਬਾਹਰਲੀਆਂ ਸਟੇਟਾਂ ਨੇ ਵੀ ਇਹਨਾਂ ਦੇ ਨਾਲ ਸਾਥ ਦੇ ਕੇ ਉਦੋਂ ਸਿੱਖਾਂ ਨੂੰ ਦਬਾਇਆ, ਔਰ ਉਹੀ ਇਸ਼ੂ ਅੱਜ ਉੱਠੇ ਨੇ। ਪਰ ਇੱਕ ਮੈਂ ਕਹਾਂਗਾ ਕਿ ਪੰਜਾਬ ਦੀਆਂ ਮੰਗਾਂ ਦੇ ਵਿੱਚੋਂ ਇੱਕ ਪੱਖ ਕਹਿ ਸਕਦਾ ਮੈਂ, ਪੰਜਾਬ ਦਾ ਖੁਸ਼ਹਾਲ ਤਾਂ ਹੁੰਦਾ ਜੇ ਪੰਜਾਬ ਨੂੰ ਵੱਧ ਅਧਿਕਾਰ ਮਿਲਦੇ ਆ। ਪਰ ਮੈਂ ਵੱਧ ਅਧਿਕਾਰਾਂ ਤੋਂ ਵੀ ਅੱਗੇ ਜਾਣਾ ਥੋੜਾ ਜਿਹਾ ਕਿ ਪੰਜਾਬ ਇੰਨਾ ਕੁ ਕੀਮਤ ਦੇ ਚੁੱਕਿਆ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਿ ਪੰਜਾਬ ਲਈ ਆਪਣੇ ਪੰਜਾਬ ਦੇਸ਼ ਤੋਂ ਬਿਨਾਂ ਕੋਈ ਰਾਹ ਹੀ ਨਹੀਂ ਹੈਗਾ ਹੁਣ, ਕਿਉਂਕਿ ਪੰਜਾਬ
ਇੰਨੀਆਂ ਨੌਜਵਾਨਾਂ ਦੀਆਂ ਕੁਰਬਾਨੀਆਂ ਹੋ ਚੁੱਕੀਆਂ, ਇੰਨਾ ਕੁ ਅਸੀਂ ਆਰਥਿਕ ਨੁਕਸਾਨ ਕਰ ਚੁੱਕੇ ਹਾਂ, ਅਸੀਂ ਧਾਰਮਿਕ ਨੁਕਸਾਨ ਆਪਣਾ ਇੰਨਾ ਕੁ ਕਰਾ ਚੁੱਕੇ ਹਾਂ ਆਪਣਾ, ਕਿ ਅਸੀਂ ਉਹਦੇ ਨਾਪ ਤੋਲ ਦੇ ਬਰਾਬਰ ਇਹ ਸੌਦਾ ਹੁਣ ਛੋਟਾ ਰਹਿ ਗਿਆ। ਜਿਹੜੇ ਨੌਜਵਾਨ ਨੇ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾਂ ਨਹੀਂ ਹੁੰਦੀਆਂ, ਪਰ ਹਰ ਸਿਆਸੀ ਪਾਰਟੀ ਦਾ ਇੱਕ ਨੌਜਵਾਨ ਵਿੰਗ ਹੈ, ਵਿਦਿਆਰਥੀ ਵਿੰਗ ਹੈ, ਪਰ ਕਦੇ ਵੀ ਵਿਦਿਆਰਥੀ ਜਿਹੜੇ ਕਾਲਜਾਂ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਦੇ ਨੇ ਕਾਲਜਾਂ ਦੇ ਵਿੱਚ, ਉਹਨਾਂ ਦੀਆਂ ਕਦੇ ਚੋਣਾਂ ਨਹੀਂ ਹੁੰਦੀਆਂ, ਨਾ ਹੀ ਉਹਨਾਂ ਵੱਲੋਂ ਇਦਾਂ ਦੇ ਪ੍ਰਧਾਨ ਲਗਾਏ ਜਾਂਦੇ ਨੇ। ਹਾਲਾਂਕਿ ਹਰੇਕ ਪਾਰਟੀ ਹਰੇਕ ਕਾਲਜ ਯੂਨੀਵਰਸਿਟੀ ਦੇ ਵਿੱਚ ਆਪਣਾ ਪ੍ਰਧਾਨ ਥਾਪ ਦਿੰਦੀ ਹੈ ਕਿ ਫਲਾਣਾ ਸਾਡੀ ਪਾਰਟੀ ਦਾ ਪ੍ਰਧਾਨ, ਫਲਾਣਾ ਸਾਡੀ ਪਾਰਟੀ ਦਾ ਪ੍ਰਧਾਨ ਹੈ, ਪਰ ਉਹਨਾਂ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾ ਰਿਹਾ। ਤੁਸੀਂ ਕੀ ਕਾਰਨ ਮੰਨਦੇ ਹੋ ਕਿ ਨੌਜਵਾਨ ਨੂੰ ਸਿਰਫ ਪਾਰਟੀਆਂ ਵਰਤਣਾ ਚਾਹੁੰਦੀਆਂ ਨੇ, ਇਹ ਨਹੀਂ ਚਾਹੁੰਦੇ ਕਿ ਉਹ ਰਾਜਨੀਤੀ ਨੂੰ ਸਿੱਖਣ, ਰਾਜਨੀਤੀ ਦੇ ਵਿੱਚ ਵੱਧ ਨੌਜਵਾਨ ਆਉਣ? ਨਹੀਂ, ਜੇ ਨੌਜਵਾਨ ਜਾਗਰੂਕ ਨਹੀਂ, ਉਹ ਸਟੇਟ ਖਤਮ ਹੋ ਜੂਗੀ। ਕਿਉਂਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿੱਥੇ ਨੌਜਵਾਨ ਜਾਗਰੂਕ ਆ, ਉਹੀ ਸੂਬਾ, ਉਹੀ ਦੇਸ਼ ਤਰੱਕੀ ਕਰੂਗਾ। ਜਿਹੜਾ ਜਿਸ ਦੇਸ਼ ਦਾ ਨੌਜਵਾਨ ਪੜ੍ਹਿਆ ਲਿਖਿਆ ਔਰ ਪੜ੍ਹਨ ਦੇ ਨਾਲ ਨਾਲ ਉਹ ਰਾਜਨੀਤੀ ਨੂੰ ਸਮਝਦਾ, ਉਹ ਸਮਝਦਾ ਕਿ ਜਿਹੜੇ ਆਗੂ ਨੂੰ ਮੈਂ ਚੁਣਨ ਜਾ ਰਿਹਾ ਇਹ ਠੀਕ ਕਰ ਰਿਹਾ, ਇਹ ਫੈਸਲੇ ਠੀਕ ਲੈ ਰਿਹਾ, ਜਿਹੜੇ ਫੈਸਲੇ ਲਏ ਜਾ ਰਹੇ ਆ ਸਾਡੇ ਪੋਲੀਟੀਕਲ ਆਗੂਆਂ ਵੱਲੋਂ, ਉਹ ਕੀ ਸਾਡੇ ਖਿੱਤੇ ਦਾ ਭਵਿੱਖ ਸਵਾਰਨਗੇ। ਜੇ ਯੂਥ ਹੀ ਨਹੀਂ ਰਾਜਨੀਤੀ ਨੂੰ ਜਾਣੂਗਾ ਤੇ ਫਿਰ ਫਾਇਦਾ ਕੀ? ਯੂਥ ਨਹੀਂ ਇੱਥੋਂ ਨਿਕਲ ਕੇ ਹੀ ਆਪਾਂ ਅੱਗੇ ਜਾਣਾ, ਲੀਡਰ ਬਣਨਾ। ਸਕੂਲਾਂ ਕਾਲਜਾਂ ਦੇ ਵਿੱਚੋਂ ਕਿਹੜਾ ਬੰਦਾ, ਜਿਹੜਾ ਤੁਸੀਂ ਕਿਸੇ ਲੀਡਰ ਦਾ ਨਾਂ ਲਓ, ਸਕੂਲਾਂ ਕਾਲਜਾਂ ਦੀ ਜਿਹੜੀ ਰਾਜਨੀਤੀ ਦੇ ਵਿੱਚੋਂ ਨਿਕਲ ਕੇ ਹੀ ਅੱਗੇ ਲੀਡਰ ਬਣਿਆ। ਤੇ ਉਦਾਂ ਜੇ ਆਪਾਂ ਕਹੀਏ ਕਿ ਸਟੂਡੈਂਟਾਂ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ, ਉਹ ਸਟੇਟ ਨੂੰ ਮਾਰਨ ਵਾਸਤੇ ਜ਼ਰੂਰ ਆ ਪਾਲਿਸੀਆਂ। ਹੁਣ ਜੇ ਨੌਜਵਾਨ ਨੂੰ ਜੁੜਨ ਦੀ ਜੇ ਸਟੇਟ ਇਹ ਕਰ ਰਹੀ ਆ, ਤਾਂ ਮੈਂ ਤਾਂ ਸਿੱਖ ਨੌਜਵਾਨਾਂ ਨੂੰ ਹੱਥ ਜੋੜ ਕੇ ਸੱਦਾ ਦਿੰਦਾ ਕਿ ਤੁਸੀਂ ਜ਼ਰੂਰ ਆਪਣਾ, ਜੇ ਇੱਕੋ ਇੱਕ ਜਥੇਬੰਦੀ ਆ ਜਿਹੜੀ ਸਿੱਖ ਨੌਜਵਾਨਾਂ ਦੇ ਵਾਸਤੇ ਕੰਮ ਕਰ ਰਹੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਕਿਉਂਕਿ ਸਾਡੇ ਕੋਲ ਹੋਰ ਕੋਈ ਸੰਸਥਾ ਹੈ ਨਹੀਂ ਸਿੱਖਾਂ ਕੋਲ। ਤੁਸੀਂ ਇਹਦੇ ਵਿੱਚ ਵੀ ਪੜਚੋਲ ਕਰ ਲਿਓ। ਮੈਂ ਕੋਈ ਤਾਂ ਨਹੀਂ ਕਹਿ ਰਿਹਾ ਕਿ ਮੈਂ ਉਸ ਜਥੇਬੰਦੀ ਦੇ ਵਿੱਚੋਂ ਨਿਕਲਿਆ ਆਇਆ, ਮੈਂ ਤਾਂ ਨਹੀਂ ਕਹਿ ਰਿਹਾ, ਸਹੀ ਤੌਰ ਤੇ ਮੈਂ ਕਹਿ ਰਿਹਾ ਕਿ ਸਾਡੇ ਕੋਲ ਇੱਕੋ ਇੱਕ ਜਥੇਬੰਦੀ ਆ, ਤੁਹਾਡੇ ਕੋਲ ਸਿੱਖ ਸਟੂਡੈਂਟ ਫੈਡਰੇਸ਼ਨ, ਜਿਹੜੀ ਸਿੱਖਾਂ ਦੀ ਗੱਲ ਕਰਦੀ ਆ, ਸਿੱਖ ਮੁੱਦਿਆਂ ਦੀ ਗੱਲ ਕਰਦੀ ਆ, ਸਿੱਖ ਹੱਕਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਆ, ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਦੀ, ਅਮੀਰ ਫਲਸਫੇ ਦੀ ਗੱਲ ਕਰਦੀ ਆ, ਨੌਜਵਾਨਾਂ ਨੂੰ ਆਪਣੇ ਧਰਮ ਦੇ ਨਾਲ ਜੋੜਦੀ, ਉਹਨਾਂ ਦੇ ਅੰਦਰ ਧਰਮ ਲਈ ਚਾਅ ਪੈਦਾ ਕਰਦੀ ਆ। ਉਹ ਸਿੱਖ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੀ ਆ। ਤੇ ਸਾਡਾ ਯੂਥ ਆ ਜਿਹੜਾ, ਉਹ ਕਈ ਤਰ੍ਹਾਂ ਨਾਲ ਵੰਡਿਆ ਹੋਇਆ। ਮੰਨ ਲਓ ਜਿਵੇਂ ਤੁਸੀਂ ਗੱਲ ਕੀਤੀ ਆ, ਦੁਹਰਾਇਆ ਗੱਲ ਨੂੰ 2-3 ਵਾਰੀ, ਮੰਨ ਲਓ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਵਗੈਰਾ ਜਾਂ ਹੋਰ ਵੀ ਕਈ ਆਗੂ ਆਏ, ਹੋ ਕੀ ਰਿਹਾ? ਯੂਥ ਕਹਿੰਦਾ ਮੈਂ ਫੈਨ ਆ ਲੱਖੇ ਸਿਧਾਣੇ ਦਾ, ਮੈਂ ਫੈਨ ਆ ਦੀਪ ਸਿੱਧੂ ਦਾ, ਮੈਂ ਫੈਨ ਆ ABC, ਕੋਈ ਵੀ ਮੰਨ ਲਓ ਸਾਡਾ ਲੈ ਲਓ, ਕੋਈ ਸਾਡੇ ਨਾਲ ਵੀ ਲੱਗੇ ਹੋਏ ਆ, ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਾਂ ਉਹਨਾਂ ਨਾਲ ਵੀ ਚੱਲਦੇ ਆ। ਪਰ ਸਿੱਖੀ ਦਾ ਫੈਨ ਕਿਹੜਾ? ਪੰਜਾਬ ਦਾ ਫੈਨ ਕਿਹੜਾ? ਪੰਜਾਬ ਤੇ ਹੱਕਾਂ ਦੇ ਅਧਿਕਾਰਾਂ ਦੀ ਨੂੰ ਲੈਣ ਦਾ ਫੈਨ ਕਿਹੜਾ? ਮੈਂ ਇਹ ਬੇਨਤੀ ਕਰੂੰਗਾ, ਚਾਹੇ ਕੋਈ ਵੀ ਆ ਲੀਡਰ, ਕੋਈ ਲੱਗੋ ਅੱਗੇ, ਨਹੀਂ ਕੋਈ ਬੰਦਾ ਚੰਗਾ ਲੱਗਦਾ ਉਹਨੂੰ ਪਾਸੇ ਕਰ ਦਿਓ, ਤੁਸੀਂ ਚੰਗੀ ਅਗਵਾਈ ਦੇ ਸਕਦੇ ਹੋ, ਤੁਸੀਂ ਲੱਗੋ ਅੱਗੇ, ਪਰ ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਹਿੱਤਾਂ ਦੀ ਗੱਲ ਕਰੋ, ਪੰਜਾਬ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਕਰੋ, ਸਾਡੇ ਸਿੱਖੀ ਸਰੂਪ ਦੀ ਗੱਲ ਹੋਣੀ ਚਾਹੀਦੀ ਆ। ਜੇ ਕੋਈ ਹਿੰਦੂ ਆ, ਉਹਨੂੰ ਆਪਣਾ ਧਰਮ ਮੁਬਾਰਕ ਆ, ਉਹਦੇ ਧਰਮ ਸੁਰੱਖਿਅਤ ਚਾਹੀਦਾ। ਮੁਸਲਮਾਨ ਆ, ਉਹਦਾ ਧਰਮ ਸੁਰੱਖਿਅਤ ਚਾਹੀਦਾ। ਤੇ ਮੈਨੂੰ ਮੇਰਾ ਧਰਮ ਵੀ ਸੁਰੱਖਿਅਤ ਚਾਹੀਦਾ। ਜਿੱਥੇ ਮੈਨੂੰ ਇਹ ਨਾ ਹੋਵੇ ਕਿ ਤੂੰ ਅਗਰ ਜੌਬ ਕਰਨੀ ਆ ਤਾਂ ਦਾੜੀ ਬੰਨ ਕੇ ਆ ਜਾਂ ਦਾੜੀ ਕਟਾ ਕੇ ਆ, ਮੈਨੂੰ ਇਹ ਨਾ ਹੋਵੇ। ਕਿਰਪਾਨ ਪਾਉਣ ਤੇ ਪਾਬੰਦੀ, ਕਿਰਪਾਨ ਇੰਨੇ ਇੰਚ ਦੀ ਪਾਉਣੀ ਆ ਤੂੰ, ਮੈਨੂੰ ਇਹ ਨਾ ਪਾਬੰਦੀ ਹੋਵੇ। ਉੱਥੇ ਗੱਲ ਹੋਵੇ ਇਹ ਸਿੱਖ ਦਾ ਧਰਮ ਆ, ਉੱਥੇ ਗੱਲ ਹੋਵੇ ਜੇ ਜਨੇਊ ਪਾਇਆ ਹਿੰਦੂ ਨੇ ਇਹ ਇਹਦਾ ਧਰਮ ਆ, ਜੇ ਹਿੰਦੂ ਨੇ ਬੋਦੀ ਰੱਖੀ ਆ ਇਹ ਇਹਦਾ ਧਰਮ ਆ, ਜੇ ਕੁਰਾਨ ਆ ਮੁਸਲਮਾਨ ਕੋਲ ਤੇ ਇਹਦਾ ਧਰਮ ਗ੍ਰੰਥ ਆ, ਹਿੰਦੂ ਕੋਲ ਗੀਤਾ ਮਹਾਭਾਰਤ ਜੋ ਉਹਨਾਂ ਦੇ ਧਰਮ ਗ੍ਰੰਥ ਆ ਉਹਨਾਂ ਨੂੰ ਧਰਮ ਗ੍ਰੰਥ ਮੰਨਿਆ ਜਾਵੇ। ਮੇਰਾ ਵੀ ਜਿਹੜਾ ਧਰਮ ਗ੍ਰੰਥ ਆ, ਜਿਹੜਾ ਸਿੱਖਾਂ ਕੋਲ ਆ ਧਰਮ ਗ੍ਰੰਥ, ਉਹਦਾ ਵੀ ਬਰਾਬਰ ਸਤਿਕਾਰ ਉਹਨਾਂ ਹੋਵੇ। ਇਹ ਗੱਲਾਂ ਨਹੀਂ ਹੁੰਦੀਆਂ ਅੱਜ ਜਿੱਥੇ ਰੌਲਾ ਪੈਂਦਾ ਹਿੰਦੂ ਰਾਸ਼ਟਰ ਬਣਾਏਂਗੇ, ਤੇ ਜੇ ਇੱਕ ਦਾੜੀ ਕੇਸ ਵਾਲਾ ਨੌਜਵਾਨ ਕਹਿ ਦਿੰਦਾ ਕਿ ਸਾਨੂੰ ਸਿੱਖ ਰਾਸ਼ਟਰ ਚਾਹੀਦਾ ਜਾਂ ਸਾਨੂੰ ਖਾਲਸਾ ਰਾਜ ਚਾਹੀਦਾ, ਉਹ ਦੇਸ਼ ਧਰੋਹੀ ਹੋ ਜਾਂਦਾ। ਅਗਰ ਆਪਾਂ ਅੱਜ
ਤੁਸੀਂ ਵੀ ਦਾੜੀ ਕੇਸ ਰੱਖੇ, ਮੇਰੇ ਵੀ ਦਾੜੀ ਆ, ਆਪਾਂ ਅੱਜ ਕਹਿ ਦਿੰਨੇ ਆ ਕਿ ਸਾਨੂੰ ਚਾਹੀਦਾ ਸਿੱਖ ਸਟੇਟ ਚਾਹੀਦੀ ਆ, ਅਸੀਂ ਅੱਜ ਦੇਸ਼ ਧਰੋਹੀ ਆ। ਕਿਉਂ ਸਾਡਾ ਮਨ ਨਹੀਂ ਕਰਦਾ? ਜੇ ਤੁਹਾਡਾ ਮਨ ਕਰਦਾ ਹਿੰਦੂ ਉੱਥੇ ਰਹਿਣ ਆਜ਼ਾਦੀ ਨਾਲ, ਤੇ ਸਾਡਾ ਵੀ ਮਨ ਕਰਦਾ। ਅਸੀਂ ਵੀ ਇਸ ਦੇ, ਤੁਹਾਡੇ ਬੰਦਿਆਂ ਨੇ ਤਾਂ ਚੀਚੀ ਜਿੰਨਾ ਖੂਨ ਨਹੀਂ ਡੋਲਿਆ ਕਿਸੇ ਨੇ। ਅਸੀਂ ਤਾਂ ਮਾਵਾਂ ਦੇ ਪੁੱਤ ਮਰਵਾਏ ਆ, ਇਸ ਸਾਡੇ ਵਡੇਰਿਆਂ ਨੇ, ਇੱਥੇ ਸਾਡੇ ਵਡੇਰਿਆਂ ਨੇ ਜਾਨਾਂ ਦਿੱਤੀਆਂ ਇਸ ਦੇਸ਼ ਦੀ ਆਜ਼ਾਦੀ ਲਈ। ਸਾਡਾ ਵੀ ਮਨ ਕਰਦਾ ਅਸੀਂ ਵੀ ਆਜ਼ਾਦ ਹਵਾ ਦੇ ਵਿੱਚ ਰਹੀਏ, ਸਾਡੇ ਵੀ ਨਿਸ਼ਾਨ ਸਾਹਿਬ ਝੁੱਲਣ, ਕੇਸਰੀ ਨਿਸ਼ਾਨ ਝੁੱਲਣ, ਸਾਡੀ ਵੀ ਗੱਲ ਚੱਲੇ, ਸਾਡੇ ਵੀ ਹਿੱਤ ਸੁਰੱਖਿਅਤ ਹੋਣ। ਦਿਨ ਖਾਲਸਾ ਆਪਣੇ ਪੂਰੇ ਜਾਹੋ ਜਲਾਲ ਚ ਆਇਆ ਨਾ, ਉਹ ਦਿਨ ਐ ਵਹਿ ਜਾਣਾ ਸਾਰਾ ਕੁਝ, ਉਹਦੇ ਵਹਿਣ ਚ ਵਹਾ ਕੇ ਲੈ ਜਾਣਾ ਉਹਨੇ। ਤੇ ਇਸ ਕਰਕੇ ਮੈਂ ਤਾਂ ਸਰਕਾਰਾਂ ਨੂੰ ਵੀ ਇੰਨੀ ਕੁ ਗੱਲ ਕਰਾਂਗਾ ਕਿ ਨਾ ਧੱਕਾ ਕਰੋ। ਬਰਦਾਸ਼ਤ ਦੀ ਨਾ ਇੱਕ ਲਿਮਟ ਹੁੰਦੀ ਆ, ਆਪਾਂ ਕਮਾਨ ਖਿੱਚਦੇ ਆ, ਉਹਦੀ ਇੱਕ ਲਿਮਟ ਹੁੰਦੀ ਆ। ਜੇ ਤਾਂ ਜਿੰਨਾ ਕੁ ਖਿੱਚ ਕੇ ਛੱਡ ਦਈਏ, ਉਹ ਆਪਦਾ ਨਿਸ਼ਾਨਾ ਸਰ ਕਰਦਾ ਔਰ ਐ ਫੁੰਡ ਦਿੰਦਾ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਆ ਵੀ ਨਿਸ਼ਾਨਾ ਸਰ ਕਰ ਦਿੰਦਾ। ਤੇ ਜੇ ਹੋਰ ਜ਼ਿਆਦਾ ਖਿੱਚ ਦਈਏ ਤੇ ਟੁੱਟ ਜਾਂਦਾ। ਅੱਜ ਸਿੱਖ ਟੁੱਟਣ ਦੇ ਕਿਨਾਰੇ ਤੇ ਆ, ਬਰਦਾਸ਼ਤ ਦੀ ਹੱਦਾਂ ਪਾਰ ਹੋ ਚੁੱਕੀਆਂ। ਤੇ ਨਾ ਛੇੜੋ ਇਹਨਾਂ ਨੂੰ, ਟਿਕੇ ਹੋਏ ਆ, ਅਮਨ ਸ਼ਾਂਤੀ ਚਾਹੁੰਦੇ ਆ, ਅਮਨ ਸ਼ਾਂਤੀ ਨਾਲ ਸਾਨੂੰ ਰਹਿਣ ਦਿਓ। ਸਿੱਖਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰੇ ਸਰਕਾਰ। ਤੁਹਾਡੇ ਮੁਬਾਰਕ ਧਰਮ ਤੁਸੀਂ ਬਣਾਓ, ਹਿੰਦੂ ਰਾਸ਼ਟਰ ਬਣਾਓ, ਮੁਸਲਮਾਨ ਰਾਸ਼ਟਰ ਬਣਾਓ, ਕੋਈ ਬਣਾਓ, ਸਾਨੂੰ ਸਾਡਾ ਦੇਸ਼ ਪੰਜਾਬ ਸਾਨੂੰ ਦੇ ਦਿਓ। ਤੁਸੀਂ ਜੋ ਮਰਜ਼ੀ ਮੌਜ ਕਰੋ, ਸਾਨੂੰ ਨਾ ਤੁਹਾਨੂੰ ਤੁਹਾਡੇ ਮੁਬਾਰਕ, ਸਾਨੂੰ ਸਾਡੇ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਨਾ ਚਾਹੁੰਦਾ ਖਾਸ ਤੌਰ ਤੇ ਆਪ ਜੀ ਦਾ, ਕਿ ਆਪ ਜੀ ਨੇ ਸਾਨੂੰ ਸਾਡੇ ਸ਼ਬਦਾਂ ਨੂੰ, ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਿਹੜਾ ਆਪ ਜੀ ਸਾਧਨ ਬਣੇ ਹੋ, ਉਹਦੇ ਵਾਸਤੇ ਮੈਂ ਤੁਹਾਡਾ ਔਰ ਖਾਸ ਕਰਕੇ ਤੁਹਾਡਾ KTV ਚੈਨਲ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੱਲਬਾਤ ਕੀਤੀ ਹੈ ਸਿੰਘ ਸਾਹਿਬ ਦੇ ਨਾਲ। ਉਹਨਾਂ ਆਖਿਆ ਹੈ ਕਿ ਮੇਨ ਗੱਲ ਉਹੀ ਹੈ ਕਿ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ, ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਇੱਥੇ ਚੈਨ ਅਤੇ ਅਮਨ ਸ਼ਾਂਤੀ ਦੇ ਨਾਲ ਰਹਿਣ ਦਿੱਤਾ ਜਾਵੇ। ਜਿਹੜਾ ਸੂਬਾ ਉਹਨਾਂ ਦਾ ਹੈ, ਉਹ ਸੂਬੇ ਦੇ ਉਹਨਾਂ ਨੂੰ ਪੂਰੇ ਅਧਿਕਾਰ ਨੇ। ਜਿਹੜੇ ਕੋਈ ਵੱਧ ਅਧਿਕਾਰਾਂ ਦਾ ਮਤਲਬ ਇਹ ਨਹੀਂ ਕਿ ਉਹ ਕੋਈ ਖਾਸ ਵੱਧ ਅਧਿਕਾਰ ਮੰਗਦੇ ਨੇ। ਜਿਹੜੇ ਅਧਿਕਾਰ ਇਸ ਪੰਜਾਬ ਸੂਬੇ ਦੇ ਬਣਦੇ ਨੇ, ਉਹ ਅਧਿਕਾਰ ਜਿਹੜੇ ਵਾਅਦੇ ਆਜ਼ਾਦੀ ਵੇਲੇ, ਜਿਹੜੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ, ਜਿਹਨੂੰ ਹੱਲੇ ਵਾਲੇ ਸਾਲ ਜਾਂ ਵੰਡ ਕਿਹਾ ਜਾਂਦਾ, ਉਸ ਵੇਲੇ ਜੋ ਪੰਜਾਬ ਦੇ ਸਿੱਖ ਲੀਡਰਾਂ ਦੇ ਨਾਲ ਭਾਰਤੀ ਲੀਡਰਾਂ ਨੇ ਜਿਹੜੇ ਵਾਅਦੇ ਕੀਤੇ ਸੀ, ਉਹਨਾਂ ਨੂੰ ਪੂਰੀਆਂ ਕੀਤਾ ਜਾਵੇ। ਜਿਹੜੇ ਅਧਿਕਾਰਾਂ ਦੀ ਗੱਲ, ਜਿਹੜੀ ਉਹ ਸ਼ਾਨਮਤੀ ਅਤੇ ਮਾਣਮਤੀ ਜਾਂ ਇੱਕ ਖੁੱਲੀ ਫਿਜ਼ਾ ਦੇ ਵਿੱਚ ਰਹਿਣ ਦੀ ਗੱਲ ਆਖੀ ਗਈ ਸੀ, ਸਿੱਖਾਂ ਨੂੰ ਉਹਦੇ ਵਿੱਚ ਰਹਿਣ ਦਿੱਤਾ ਜਾਵੇ। ਇਹ ਨਾ ਹੋਵੇ ਕਿ ਸਿੱਖ ਕਿਸੇ ਪਾਰਕ ਦੇ ਵਿੱਚ ਜਾਂਦੇ ਨੇ ਕਿ ਉਹਨਾਂ ਦੀਆਂ ਕਿਰਪਾਨਾਂ ਨੂੰ ਲਹਾ ਲਿਆ ਜਾਂਦਾ ਹੈ। ਪਿੱਛੇ ਜੇ ਦਿੱਲੀ ਕਮੇਟੀ ਦੀਆਂ ਚੋਣਾਂ ਦੀ ਗੱਲ ਹੈ ਕਿ ਇੱਕ ਸਿੱਖ ਨੌਜਵਾਨ ਨੂੰ ਸਿੱਖ ਕਮੇਟੀ ਦੀਆਂ ਚੋਣਾਂ ਦੇ ਵਿੱਚ ਕਿਰਪਾਨ ਪਾ ਕੇ ਵੋਟ ਪਾਉਣ ਤੋਂ ਰੋਕ ਦਿੱਤਾ ਜਾਂਦਾ ਹੈ। ਤਾਂ ਅਜਿਹੀਆਂ ਹਰਕਤਾਂ ਕਿ ਇਹਨਾਂ ਨੌਜਵਾਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੀਆਂ ਨੇ। ਤੇ ਇਹ ਹਰਕਤਾਂ ਇੱਕ ਨਹੀਂ, ਅਨੇਕਾਂ ਹੀ ਵਾਰ ਲਗਾਤਾਰ ਦੁਹਰਾਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਤਾਂ ਨੌਜਵਾਨਾਂ ਨੂੰ ਉਹ ਅਮਨ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਅਮਨ ਸ਼ਾਂਤੀ ਦੇ ਨਾਲ ਰਹਿਣ ਦਿੱਤਾ ਜਾਵੇ। ਉਹਨਾਂ ਨੂੰ ਉਹਨਾਂ ਦੇ ਅਧਿਕਾਰ ਨੇ, ਜਿਹੜੇ ਪੰਜਾਬ ਦੇ ਜਿਹੜੇ ਮੁੱਖ ਅਧਿਕਾਰ ਨੇ, ਪੰਜਾਬ ਦੇ ਜਿਹੜੇ ਪਾਣੀਆਂ ਤੇ ਕੇਂਦਰ ਸਰਕਾਰ ਜਿਹੜੀ ਪਾਣੀਆਂ ਤੇ ਹੱਲਾ ਬੋਲੀ ਬੈਠੀ ਹੈ ਜਾਂ ਨੱਪੀ ਬੈਠੀ ਹੈ, ਉਹ ਪਾਣੀ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹ ਪੰਜਾਬ ਨੂੰ ਦਿੱਤੇ ਜਾਣ। ਪੰਜਾਬ ਦੀ ਰਾਜਧਾਨੀ ਦਾ ਜਿਹੜਾ ਮਸਲਾ ਹੈ ਜਾਂ ਹੋਰ ਵੀ ਜਿਹੜੇ ਪੰਜਾਬ ਦੇ ਮੁੱਖ ਮਸਲੇ ਨੇ ਜਿਨ੍ਹਾਂ ਉੱਤੇ ਪੰਜਾਬ ਦੀ ਹੋਂਦ ਬਰਕਰਾਰ ਹੈ, ਉਹ ਪੰਜਾਬ ਨੂੰ ਸੌਂਪੇ ਜਾਣ, ਉਹ ਮਸਲੇ ਹੱਲ ਕੀਤੇ ਜਾਣ। ਤਾਂ ਹੀ ਹੈ ਜਿਹੜੀ ਇਸ ਖਿੱਤੇ ਦੇ ਵਿੱਚ ਸਥਾਈ ਰੂਪ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਸਥਾਪਿਤ ਕੀਤੀ ਜਾਈ ਸਕਦੀ ਹੈ। ਇਹ ਲੋਕ ਨੇ ਜਿਹੜੇ ਇਹ ਸ਼ਾਂਤੀ ਪਸੰਦ ਨੇ, ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਨੇ, ਪਰ ਕੁਝ ਤਾਕਤਾਂ ਨੇ ਜਿਹੜੀਆਂ ਉਹ ਇਹਨਾਂ ਦੀ ਹੋਂਦ ਨੂੰ ਬਰਦਾਸ਼ਤ ਨਹੀਂ ਕਰਦੀਆਂ ਤੇ ਹੋਂਦ ਨੂੰ ਖਤਮ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਤੁਸੀਂ ਬਣੇ ਰਹੋ KTV ਚੈਨਲ ਦੇ ਨਾਲ, ਹੱਕ ਸੱਚ ਦੀ ਆਵਾਜ਼ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਾਂਗੇ। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।